ਸੋ +2 ਕਲਾਸ ਕ੍ਰੋਸਿੰਗ ਓਵਰ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਿਗਨੀਫਿਕੈਂਸ ਆਫ ਕ੍ਰੋਸਿੰਗ ਓਵਰ ਅਤੇ ਵਾਈ ਮੈਂਡਲ ਮਿਸਡ ਲਿੰਕੇਜ ਇਹ ਤੁਸੀਂ ਪੜ੍ਹਨਾ ਹੈ। ਠੀਕ ਹੈ, ਸੋ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਮੈਨੂੰ ਉਮੀਦ ਹੈ ਕਿ ਜ਼ਰੂਰ ਪੜ੍ਹੋਗੇ। ਫਿਰ ਆਪਾਂ ਡਿਸਕਸ ਕਰਾਂਗੇ ਔਨਲਾਈਨ ਕਲਾਸ ਦੇ ਵਿੱਚ ਕਿ ਕਿਉਂ ਮੈਂਡਲ ਨੇ ਲਿੰਕੇਜ ਨੂੰ ਮਿਕਸ ਕਰ ਦਿੱਤਾ ਸੀਗਾ, ਉਹਨੇ ਲਿੰਕੇਜ ਨੂੰ ਨੋਟਿਸ ਕਿਉਂ ਨਹੀਂ ਸੀ ਕਰ ਪਾਇਆ। ਠੀਕ ਹੈ, ਅਤੇ ਉਹ ਸਿਗਨੀਫਿਕੈਂਸ ਦੇ ਵਿੱਚ ਵੀ ਜੇਕਰ ਕੋਈ ਪ੍ਰੋਬਲਮ ਹੋਏਗੀ। ਦੈਨ ਨੈਕਸਟ ਟੋਪਿਕ ਜੋ ਹੈ ਦੈਟ ਇਜ਼ ਸੈਕਸ ਡਿਟਰਮੀਨੇਸ਼ਨ, ਹੈ ਨਾ। ਸੋ ਸੈਕਸ ਕਿਸ ਤਰੀਕੇ ਦੇ ਨਾਲ ਡਿਟਰਮਿਨ ਕੀਤਾ ਜਾ ਸਕਦਾ। ਮੇਲ ਸੈਕਸ, ਫੀਮੇਲ ਸੈਕਸ, ਦੋ ਤਰ੍ਹਾਂ ਦੇ ਹੀ ਹੈ, ਮੇਲ ਅਤੇ ਫੀਮੇਲ ਸੈਕਸ ਹੁੰਦੇ ਆ। ਸੋ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਹੈ ਕਿ ਜੇਕਰ ਮੈਂ ਸੈਕਸ ਡਿਟਰਮੀਨੇਸ਼ਨ ਦੀ ਡੈਫੀਨੇਸ਼ਨ ਜੇਕਰ ਤੁਹਾਨੂੰ ਦੱਸਾਂ, ਹੈ ਨਾ, ਤਾਂ ਅਸੀਂ ਕੀ ਕਹਿ ਦਿੰਦੇ ਹਾਂ, ਦ ਮੈਕੈਨਿਜ਼ਮ that determines the sex of an individual as it begins life, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸੈਕਸ ਡਿਟਰਮੀਨੇਸ਼ਨ ਕਹਿ ਦਿੰਦੇ ਹਾਂ ਨਾ। ਉਹ ਮੈਕੈਨਿਜ਼ਮ ਜਿਹਦੇ ਨਾਲ ਕਿ ਅਸੀਂ ਕਿਸੇ ਇੰਡੀਵਿਜੂਅਲ ਦਾ ਸੈਕਸ ਪਤਾ ਕਰ ਸਕਦੇ ਹਾਂ, ਸੈਕਸ ਡਿਟਰਮੀਨੇਸ਼ਨ ਹੋ ਜਾਂਦੀ ਹੈ। ਇਹਦੇ ਲਈ ਕੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਸੈਕਸ ਕ੍ਰੋਮੋਸੋਮਸ ਕਿਹੜੇ ਕਿਹੜੇ ਹੈ। ਸੋ ਇੰਨਾ ਕੁ ਤੁਹਾਨੂੰ ਪਤਾ ਵੀ ਹਿਊਮਨ ਬੀਇੰਗਸ ਦੇ ਵਿੱਚ 46 ਕ੍ਰੋਮੋਸੋਮਸ ਹੈ ਨਾ। ਸੋ ਉਹਨਾਂ ਦੇ ਵਿੱਚੋਂ ਦੀ 2 ਪੇਅਰ ਜਿਹੜੇ ਹੈਗੇ ਉਹ ਸੈਕਸ ਕ੍ਰੋਮੋਸੋਮਸ ਦੇ ਆ। ਜੇਕਰ ਫੀਮੇਲ ਹੈਗੀਆਂ ਨੇ ਤਾਂ 2 ਐਕਸ ਹੋਣਗੇ, ਜੇਕਰ ਮੇਲ ਹੈ ਤਾਂ ਐਕਸ ਅਤੇ ਵਾਈ 2 ਸੈਕਸ ਕ੍ਰੋਮੋਸੋਮਸ ਹੋਣਗੇ। ਬਾਕੀ ਜਿਹੜੇ 44 ਬਚਦੇ ਆ ਨਾ, ਉਹਨਾਂ ਨੂੰ ਕਹਿੰਦੇ ਆ ਆਟੋਸੋਮਸ। ਇਹ ਵੀ ਤੁਹਾਨੂੰ ਅੱਜ ਮੈਂ ਦੱਸਣਾ। ਸੋ ਅ ਸਪੈਸੀਫਿਕ ਪੇਅਰ ਆਫ ਕ੍ਰੋਮੋਸੋਮਸ ਦੈਟ ਡਿਟਰਮਿਨ ਦਾ ਸੈਕਸ ਆਫ ਐਨ ਇੰਡੀਵਿਜੂਅਲ, ਉਹਨਾਂ ਨੂੰ ਕੀ ਕਹਿੰਦੇ ਆ, ਸੈਕਸ ਕ੍ਰੋਮੋਸੋਮਸ ਕਹਿੰਦੇ ਆ। ਅਦਰ ਨੇਮ ਜ਼ਰੂਰ ਯਾਦ ਰੱਖਣਾ, ਐਲੋਸੋਮਸ, ਹੈਟਰੋਸੋਮਸ। ਓਕੇ, ਸੋ ਜਿਹੜੇ ਕਿ ਸਾਨੂੰ ਇੰਡੀਵਿਜੂਅਲ ਦਾ ਸੈਕਸ ਦੱਸਦੇ ਆ। ਸੋ ਆਟੋਸੋਮਲ ਕ੍ਰੋਮੋਸੋਮਸ ਜਾਂ ਫਿਰ ਆਟੋਸੋਮਸ, ਹੈ ਨਾ, ਏ ਨਾਲ ਵੀ ਇਕੱਲੇ ਨਾਲ ਡਿਨੋਟ ਕਰ ਦਿੰਦੇ ਹਾਂ ਅਸੀਂ। ਦ ਕ੍ਰੋਮੋਸੋਮਸ ਅਦਰ ਦੈਨ ਦਾ ਸੈਕਸ ਕ੍ਰੋਮੋਸੋਮਸ ਦੇ ਆਰ ਨੋਨ ਐਜ਼ ਆਟੋਸੋਮਲ ਕ੍ਰੋਮੋਸੋਮਸ ਔਰ ਆਟੋਸੋਮਸ। ਓਕੇ, ਇਸੇ ਤਰੀਕੇ ਦੇ ਨਾਲ ਫਿਰ ਹੁਣ ਅਸੀਂ ਕੀ ਦੇਖਣੀ ਹੈਗੀ ਹੈ, ਡਿਸਸਿਮਿਲਰ ਸੈਕਸ ਕ੍ਰੋਮੋਸੋਮਸ ਦੇਖਣੇ ਹੈ। ਸੋ ਹਰ ਇੱਕ ਇੰਡੀਵਿਜੂਅਲ ਦੇ ਅੰਦਰ ਇੱਕ ਤਰ੍ਹਾਂ ਦੇ ਸੈਕਸ ਕ੍ਰੋਮੋਸੋਮਸ ਨਹੀਂ ਹੋ ਸਕਦੇ ਆ, ਅਤੇ ਮੋਸਟ ਆਫ ਦਾ ਆਰਗੈਨਿਜ਼ਮਸ ਜਿਹੜੇ ਹੈ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਸੈਕਸ ਕ੍ਰੋਮੋਸੋਮਸ ਹੋ ਸਕਦੇ ਆ। ਸੋ ਦੇਅਰ ਆਰ 4 ਟਾਈਪਸ ਜੋ ਹੈਗੀਆਂ ਨੇ ਸੈਕਸ ਕ੍ਰੋਮੋਸੋਮਸ ਦੀਆਂ ਦੇਖੀਆਂ ਗਈਆਂ ਨੇ। XXXY 1 ਮਾਰਕਸ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਵੀ ਇਸ ਕਿਸਮ ਦੇ ਸੈਕਸ ਕ੍ਰੋਮੋਸੋਮਸ ਕਿੰਨਾ 'ਚ ਪਾਏ ਜਾਂਦੇ ਆ। ਮੈਂ ਤੁਹਾਡੇ ਲਈ ਲਿਖਿਆ ਨਿਕਾਲ ਕੇ, XXX0, ZWZZ, Z0, ਠੀਕ ਹੈ। ਸੋ ZZ, ਹੈ ਨਾ। ਸੋ XX ਅਤੇ XY ਜ਼ਿਆਦਾ ਕਰਕੇ ਮੈਮਲਸ ਦੇ ਵਿੱਚ, ਮੈਨ ਦੇ ਵਿੱਚ ਵੀ, ਹਿਊਮਨ ਬੀਇੰਗਸ ਦੇ ਵਿੱਚ ਇਸੇ ਕਿਸਮ ਦੇ ਸੈਕਸ ਕ੍ਰੋਮੋਸੋਮਸ ਹੁੰਦੇ ਆ। ਮੋਸਟ ਆਫ ਦਾ ਇਨਸੈਕਟਸ ਦੇ ਵਿੱਚ ਵੀ ਇਹ ਹੁੰਦੇ ਆ, ਖਾਸ ਤੌਰ 'ਤੇ ਫਰੂਟ ਫਲਾਈ 'ਚ, ਡਰੋਸੋਫਿਲਾ ਦੇ ਵਿੱਚ ਇਸ ਕਿਸਮ ਦੇ ਸੈਕਸ ਕ੍ਰੋਮੋਸੋਮਸ ਹੁੰਦੇ। ਪਹਿਲਾਂ ਆਪਾਂ ਇਹ ਦੇਖ ਲਈਏ। ਓਕੇ, ਸੋ ਇਹ ਸਰਟਨ ਇਨਸੈਕਟਸ, ਕੁਛ ਇਨਸੈਕਟਸ ਜਿਹੜੇ ਹੈਗੇ ਜਿਵੇਂ ਕਿ ਕਾਕਰੋਚ, ਹੈ ਨਾ, ਉਹਨਾਂ ਦੇ ਵਿੱਚ ਹੁੰਦੇ ਆ। ਰਾਊਂਡ ਵਾਰਮਸ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਇਹ ਸੈਕਸ ਕ੍ਰੋਮੋਸੋਮਸ ਹੁੰਦੇ ਆ। ਸੋ ਇਹਦੇ ਵਿੱਚ ਕੀ ਹੈਗਾ ਕਿ X0 ਜਿਹੜੇ ਕ੍ਰੋਮੋਸੋਮਸ ਹੈ ਨਾ ਉਹ ਮੇਲ 'ਚ ਹੈ, XX ਫੀਮੇਲ 'ਚ ਹੀ ਹੈ ਸਾਡੀ ਤਰ੍ਹਾਂ। ਇੱਥੇ Y ਕ੍ਰੋਮੋਸੋਮ ਐਬਸੈਂਟ ਹੈ, ਮੇਲ 'ਚ Y ਕ੍ਰੋਮੋਸੋਮ ਨਹੀਂ ਹੈ। ਓਕੇ, ZWZZ, ਹੈ ਨਾ। ਇਹ ਬਹੁਤ ਸਾਰੇ ਜਿਹੜੇ ਵਰਟੀਬ੍ਰੇਟਸ ਹੈਗੇ ਆ ਜਿਵੇਂ ਕਿ ਫਿਸ਼ਿਜ਼, ਰੈਪਟਾਈਲਸ, ਬਰਡਸ, ਸਮ ਇਨਸੈਕਟਸ, ਉਹਨਾਂ ਦੇ ਵਿੱਚ ਇੱਦਾਂ ਦੇ ਸੈਕਸ ਕ੍ਰੋਮੋਸੋਮਸ ਪਾਏ ਜਾਂਦੇ ਆ ਜਿਵੇਂ ਕਿ ਬਟਰਫਲਾਈਜ਼, ਮੋਥਸ। ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਸਭ ਤੋਂ ਜ਼ਿਆਦਾ ਦੁਨੀਆ ਉੱਤੇ ਕਿਹੜੇ ਐਨੀਮਲਸ ਹੈ, ਇਨਸੈਕਟਸ ਹੈ। ਸੋ ਇਨਸੈਕਟਸ ਦੇ ਵਿੱਚ ਦੇਖੋ ਆਹ ਵਾਲੇ ਸੈਕਸ ਕ੍ਰੋਮੋਸੋਮ ਵੀ ਪਾਏ ਜਾਂਦੇ ਆ। ਕਾਕਰੋਚ ਇਨਸੈਕਟ ਹੈ ਉਹਦੇ 'ਚ ਆਹ ਵਾਲੇ ਵੀ ਪਾਏ ਜਾਂਦੇ ਆ, ਅਤੇ ਆਹ ਵਾਲੇ ਵੀ ਪਾਏ ਜਾਂਦੇ ਬਟਰਫਲਾਈ ਅਤੇ ਮੋਥਸ ਦੇ ਵਿੱਚ। ਇਹਦੇ ਵਿੱਚ ਇੱਕ ਚੀਜ਼ ਨੋਟਿਸ ਕਰਨ ਵਾਲੀ ਹੈ, ਇਹਨਾਂ ਦੋਨਾਂ ਕੇਸਿਸ ਦੇ ਵਿੱਚ ਅਸੀਂ ਦੇਖਿਆ ਕਿ ਫੀਮੇਲ ਹੋਮੋਗੈਮੀਟਿਕ ਹੈ। ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦੀ ਹਾਂ ਹੋਮੋਮੋਰਫਿਕ, ਹੋਮੋਗੈਮੀਟਿਕ ਦਾ ਕੀ ਮਤਲਬ ਹੈਗਾ, ਹੈ ਨਾ। ਇੱਕ ਜੇ ਗੈਮੀਟ ਪ੍ਰੈਜੈਂਟ ਹੈ ਫੀਮੇਲਸ ਦੇ ਵਿੱਚ, ਜਿਵੇਂ ਸਾਡੇ 'ਚ ਪ੍ਰੈਜੈਂਟ ਹੁੰਦੇ XX, ਹੈ ਨਾ। ਪਰ ਇਸ ਕੇਸ ਦੇ ਵਿੱਚ ਕੀ ਹੈਗਾ, ਫੀਮੇਲਸ ਹੈਟਰੋਗੈਮੀਟਿਕ ਹੈਗੀਆਂ ਨੇ, ਹੈ ਨਾ। ਸੋ ਇਹ ਦੋਨੋਂ ਕ੍ਰੋਮੋਸੋਮਸ ਸੇਮ ਨਹੀਂ ਹੈ, ਇਹ ZZ ਸੇਮ ਹੈ। ਪਰ ZW ਜਿਹੜੇ ਕ੍ਰੋਮੋਸੋਮਸ ਹੈਗੇ ਹੈ, ਠੀਕ ਹੈ, ਇਹ ਫੀਮੇਲ 'ਚ ਪਾਏ ਜਾਣਗੇ, ZZ ਮੇਲ 'ਚ ਪਾਏ ਜਾਣਗੇ। ਸੋ ZZ ਕ੍ਰੋਮੋਸੋਮਸ ਮੇਲ ਦੇ ਵਿੱਚ ਹੁੰਦੇ ਆ ਅਤੇ ZW ਫੀਮੇਲ ਦੇ ਵਿੱਚ ਹੁੰਦੇ ਆ। ਸੋ ਮੇਲਸ ਹੋਮੋਗੈਮੀਟਿਕ ਹੈ ਨਾ, ਇੱਥੇ ਬਟਰਫਲਾਈਜ਼ ਦੇ ਵਿੱਚ, ਮੋਥਸ ਦੇ ਵਿੱਚ, ਫਿਸ਼ਿਜ਼ 'ਚ, ਰੈਪਟਾਈਲਸ, ਬਰਡਸ 'ਚ, ਜਦ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹ ਹੈਟਰੋਗੈਮੀਟਿਕ ਹੈ, ਉਲਟ ਹੋਇਆ। ਇਸੇ ਤਰੀਕੇ ਦੇ ਨਾਲ ਹੁਣ ਕੀ ਹੈ, W ਐਬਸੈਂਟ ਕਰ ਦਿਓ, Z0, ZZ। ਇਹ ਕੁਛ ਹੋ ਦੇਖੋ, ਇਹ ਵਾਲੇ ਕ੍ਰੋਮੋਸੋਮਸ ਵੀ ਬਟਰਫਲਾਈਜ਼ ਦੇ ਵਿੱਚ ਪਾਏ ਜਾਂਦੇ ਸੀ, ਪਰ ਆਹ ਵਾਲੇ ਕ੍ਰੋਮੋਸੋਮਸ ਵੀ ਕੁਛ ਬਟਰਫਲਾਈਜ਼ ਦੇ ਵਿੱਚ ਪਾਏ ਜਾਂਦੇ ਆ, ਕੁਛ ਮੋਥਸ ਦੇ ਵਿੱਚ ਪਾਏ ਜਾਂਦੇ ਆ। ਇਸ ਕੇਸ ਦੇ ਵਿੱਚ ਵੀ ਮੇਲ ਦੇ ਵਿੱਚ W ਕ੍ਰੋਮੋਸੋਮ ਐਬਸੈਂਟ ਹੈ, ਜਿਵੇਂ ਇੱਥੇ Y ਐਬਸੈਂਟ ਸੀ ਨਾ, ਇੱਥੇ W ਕ੍ਰੋਮੋਸੋਮ ਐਬਸੈਂਟ ਹੈ। ਸੋ ਇੱਥੇ ਵੀ ਸੋਰੀ ਫੀਮੇਲ 'ਚ, ਹੈ ਨਾ, ਇੱਕ ਕ੍ਰੋਮੋਸੋਮ X ਕ੍ਰੋਮੋਸੋਮ ਨਹੀਂ ਹੈ, W ਕ੍ਰੋਮੋਸੋਮ ਨਹੀਂ ਹੈ, ਹੈਟਰੋਗੈਮੀਟਿਕ ਸੀ ਨਾ ਫੀਮੇਲ। ਸੋ ਇਸ ਕੇਸ ਦੇ ਵਿੱਚ ZW ਸੀ, ਇੱਥੇ ਕੀ ਹੈ, Z0 ਹੈ, ਮੇਲ ਉਹੀ ਹੈ ਸੇਮ, ZZ, ਠੀਕ ਹੈ ਜੀ, ਹੋਮੋਗੈਮੀਟਿਕ ਹੈ। ਸੋ ਇਹ 4 ਤਰ੍ਹਾਂ ਦੇ ਤੁਹਾਡੇ ਕੋਲ ਕੀ ਹੈ, ਸੈਕਸ ਕ੍ਰੋਮੋਸੋਮਸ ਹੈਗੇ ਨੇ। ਹੁਣ
ਫੀਮੇਲਸ ਦੇ ਵਿੱਚ ਜ਼ਿਆਦਾ ਕਰਕੇ ਸਿਮੀਲਰ ਕ੍ਰੋਮੋਸੋਮਸ ਪਾਏ ਜਾਂਦੇ ਆ XX ਵਾਲੇ, ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਹੋਮੋਮੋਰਫਿਕ। ਦੋਨੋਂ ਗੈਮੀਟਸ ਸੇਮ ਹੈ ਮੋਰਫੋਲੋਜੀ ਦੇ ਵਿੱਚ, ਸਾਈਜ਼ ਦੇ ਵਿੱਚ, ਅਪੀਅਰੈਂਸ ਦੇ ਵਿੱਚ, ਹੈ ਨਾ। ਜਦ ਕਿ ਜਿਹੜੇ ਮੇਲ ਹੁੰਦੇ ਆ ਉਹਨਾਂ ਦੇ ਵਿੱਚ ਡਿਸਸਿਮੀਲਰ ਕ੍ਰੋਮੋਸੋਮ ਪਾਏ ਜਾਂਦੇ, ਇੱਕ X ਤੇ ਇੱਕ Y, ਦੋਨੋਂ ਸਟਰਕਚਰ ਦੇ ਵਿੱਚ ਡਿਫਰੈਂਟ ਹੈ। ਇਸ ਕਰਕੇ ਅਸੀਂ ਇੱਦਾਂ ਦੇ ਕ੍ਰੋਮੋਸੋਮਸ ਨੂੰ ਕੀ ਕਹਿ ਦਿੰਦੇ ਆ, ਹੈਟਰੋਮੋਰਫਿਕ। ਸੋ ਨੈਚੁਰਲੀ ਜਿਹੜੇ ਆਰਗੇਨਿਜ਼ਮਸ ਹੋਮੋਮੋਰਫਿਕ ਸੈਕਸ ਕ੍ਰੋਮੋਸੋਮਸ ਪ੍ਰੋਡਿਊਸ ਕਰਦੇ ਆ, ਇੱਕ ਤਰ੍ਹਾਂ ਦੇ ਕ੍ਰੋਮੋਸੋਮਸ ਪ੍ਰੋਡਿਊਸ ਕਰਦੇ ਆ, ਨੈਚੁਰਲੀ ਉਹਨਾਂ ਦੇ ਗੈਮੀਟਸ ਵੀ ਇੱਕ ਤਰ੍ਹਾਂ ਦੇ ਹੋਣਗੇ। ਇਹਦਾ ਮਤਲਬ ਇੱਦਾਂ ਦੇ ਆਰਗੇਨਿਜ਼ਮਸ ਨੂੰ ਹੋਮੋਗੈਮੇਟਿਕ ਕਿਹਾ ਜਾਂਦਾ, ਠੀਕ ਹੈ ਜੀ। ਜਿਹੜੇ ਆਰਗੇਨਿਜ਼ਮਸ ਜਿਹੜੇ ਆ ਦੋ ਤਰ੍ਹਾਂ ਦੇ ਗੈਮੀਟਸ ਪ੍ਰੋਡਿਊਸ ਕਰਦੇ ਆ ਨਾ, ਇੱਕ ਗੈਮੀਟ ਦੇ ਵਿੱਚ X ਕ੍ਰੋਮੋਸੋਮ ਹੈ, ਇੱਕ ਗੈਮੀਟ ਦੇ ਵਿੱਚ Y ਕ੍ਰੋਮੋਸੋਮ ਹੈ, ਇਹਨਾਂ ਨੂੰ ਕਹਿ ਦਿੰਦੇ ਆ ਹੈਟਰੋਗੈਮੇਟਿਕ। ਸੋ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ। ਹੋਮੋ ਮੀਨਸ ਸੇਮ, ਹੈਟਰੋ ਮੀਨਸ ਡਿਫਰੈਂਟ। ਦੋਨੋਂ ਗਮੀਟਸ ਸੇਮ ਹੈ ਤਾਂ ਹੋਮੋਗਮੈਟਿਕ, ਠੀਕ ਹੈ। ਸੋ ਇੱਕ ਐਗ ਦੇ ਅੰਦਰ ਵੀ X ਕ੍ਰੋਮੋਸੋਮ ਚਲਾ ਜਾਏਗਾ, ਦੂਸਰੇ ਐਗ ਦੇ ਅੰਦਰ ਵੀ, ਠੀਕ ਹੈ ਜੀ। ਜੇਕਰ ਕ੍ਰੋਮੋਸੋਮਸ ਅਲੱਗ-ਅਲੱਗ ਹੈ ਤਾਂ ਹੈਟਰੋਗਮੈਟਿਕ ਉਹਨਾਂ ਗਮੀਟਸ ਨੂੰ ਅਸੀਂ ਕਹਿ ਦਿੰਦੇ ਹਾਂ, ਓਕੇ। ਸੋ ਦੋ ਸੇਮ ਤਰ੍ਹਾਂ ਦੇ ਕ੍ਰੋਮੋਸੋਮਸ ਹੋਮੋਮੋਰਫਿਕ, ਦੋ ਅਲੱਗ-ਅਲੱਗ ਤਰ੍ਹਾਂ ਦੇ ਕ੍ਰੋਮੋਸੋਮਸ ਹੈਟਰੋਮੋਰਫਿਕ, ਠੀਕ ਹੈ ਜੀ। ਅਤੇ 4 ਤਰ੍ਹਾਂ ਦੇ ਸੈਕਸ ਕ੍ਰੋਮੋਸੋਮਸ ਅਲੱਗ-ਅਲੱਗ ਇੰਡੀਵਿਜੂਅਲਸ ਦੇ ਅੰਦਰ। ਨਾਓ ਇੱਥੇ ਤੁਹਾਡੇ ਟੌਪਿਕ ਜੋ ਛੋਟਾ ਦਿੱਤਾ ਹੋਇਆ, ਮੈਂ ਤੁਹਾਨੂੰ ਡਾਇਗਰਾਮ ਵੀ ਦਿਖਾ ਦੇਣਾ ਚਾਹੁੰਦੀ ਹਾਂ। ਇੱਕ ਤੁਹਾਨੂੰ ਟੌਪਿਕ ਦਿੱਤਾ ਹੋਇਆ, ਛੋਟੀ ਜਿਹੀ ਡੈਫੀਨੇਸ਼ਨ ਦਿੱਤੀ ਹੋਈ ਹੈ ਐਂਡਰੋਸੋਮਸ ਦੀ। ਸੋ ਬੱਚੇ Y ਕ੍ਰੋਮੋਸੋਮ ਜਿਹੜਾ ਹੁੰਦਾ ਨਾ ਹਿਊਮਨ ਬੀਇੰਗਸ ਦੇ ਵਿੱਚ, ਜਿਹੜਾ ਕਿ ਮੇਲ ਸੈਕਸ ਨੂੰ ਡਿਟਰਮਿਨ ਕਰਦਾ, ਪਤਾ ਨਾ ਤੁਹਾਨੂੰ Y ਕ੍ਰੋਮੋਸੋਮ ਦੇ ਕਰਕੇ ਹੀ ਡਿਫਰੈਂਸ ਆਉਂਦਾ ਹੈ ਨਾ। ਸੋ Y ਕ੍ਰੋਮੋਸੋਮ ਜਿਹੜਾ ਹੈਗਾ ਉਹਨੂੰ ਕੀ ਆਪਾਂ ਕਹਿ ਦਿੰਦੇ ਹਾਂ, ਐਂਡਰੋਸੋਮ, ਠੀਕ। ਸੋ ਇਸੇ ਤਰੀਕੇ ਦੇ ਨਾਲ ਅੱਗੇ ਤੱਕ ਤੁਹਾਡੇ ਕੋਲ ਟੌਪਿਕ ਆਉਣਾ ਹੋਲੈਂਡਰਿਕ ਜੀਨਸ, ਕਿਉਂਕਿ ਅਸੀਂ ਕੀ ਕਹਿੰਦੇ ਹਾਂ ਕਿ ਕ੍ਰੋਮੋਸੋਮਸ ਦੇ ਉੱਤੇ ਜੀਨਸ ਪ੍ਰੈਜ਼ੈਂਟ ਹੈਗੀਆਂ ਨੇ। ਸੋ ਕਾਫੀ ਸਾਰੀਆਂ ਜੀਨਸ ਤਾਂ X ਕ੍ਰੋਮੋਸੋਮਸ ਦੇ ਉੱਤੇ ਪ੍ਰੈਜ਼ੈਂਟ ਹੈ, ਪਰ ਕੁਛ ਜੀਨਸ ਜਿਹੜੀਆਂ ਹੈਗੀਆਂ ਨੇ Y ਕ੍ਰੋਮੋਸੋਮ ਦੇ ਡਿਫਰੈਂਸ਼ੀਅਲ ਰੀਜਨਸ ਦੇ ਉੱਤੇ ਪ੍ਰੈਜ਼ੈਂਟ ਹੁੰਦੀਆਂ। ਬੱਚੇ ਹੁਣ ਇਹ ਕੀ ਹੈ, ਕੁਛ ਨਹੀਂ ਹੈ ਕਿ ਜਿਹੜੇ ਸੈਕਸ ਕ੍ਰੋਮੋਸੋਮਸ ਹੁੰਦੇ ਆ ਨਾ ਉਹਨਾਂ ਦੇ ਉੱਤੇ ਨਾ ਕੁਛ ਰੀਜਨ ਬਣੇ ਹੁੰਦੇ ਆ ਖਾਸ, ਠੀਕ ਹੈ। ਹੋਮੋਲੋਗਸ, ਨੋਨ ਹੋਮੋਲੋਗਸ ਰੀਜਨਸ ਬਣੇ ਹੁੰਦੇ ਆ, ਹੈ ਨਾ। ਸੋ ਇੱਕ ਰੀਜਨ ਦੇ ਉੱਤੇ ਕ੍ਰੋਸਿੰਗ ਓਵਰ ਹੁੰਦੀ ਹੈ, ਇੱਕ ਰੀਜਨ ਦੇ ਉੱਤੇ ਕ੍ਰੋਸਿੰਗ ਓਵਰ ਨਹੀਂ ਹੁੰਦੀ ਹੈ, ਠੀਕ ਹੈ। ਸੋ ਡਿਫਰੈਂਸ਼ੀਅਲ ਰੀਜਨ ਜਿਹੜਾ ਹੈਗਾ, ਠੀਕ ਹੈ। ਸੋ ਨੋਨ ਹੋਮੋਲੋਗਸ ਰੀਜਨ ਹੈਗਾ ਕ੍ਰੋਮੋਸੋਮ ਦਾ। ਸੋ Y ਕ੍ਰੋਮੋਸੋਮ ਦੇ ਉੱਤੇ ਉੱਥੇ ਜੀਨਸ ਜਿਹੜੀਆਂ ਪਈਆਂ ਹੁੰਦੀਆਂ ਨੇ, ਠੀਕ ਹੈ। ਸੋ ਉਹਨੂੰ ਅਸੀਂ ਕਹਿ ਦਿੰਦੇ ਹਾਂ ਹੋਲੈਂਡਰਿਕ ਜੀਨਸ। ਨੈਚੁਰਲੀ ਇਹ ਮੇਲ ਟਰੇਟ ਜਿਹੜਾ ਹੈਗਾ ਉਹਨੂੰ ਕੋਡ ਕਰਦੀਆਂ, ਮਤਲਬ ਕਿ ਮੇਲਸ ਦੇ ਵਿੱਚ ਟੈਸਟਿਸ ਬਣਾਉਣ ਦੇ ਵਿੱਚ ਹੈਲਪ ਕਰਦੀਆਂ ਇਹ ਵਾਲੀਆਂ ਜੀਨਸ, ਹੈ ਨਾ। ਸੋ ਮੇਲਸ ਦੇ ਵਿੱਚ ਕੀ ਡਿਫਰੈਂਸ ਹੈ ਫੀਮੇਲਸ ਨਾਲੋਂ, ਹਨ। ਸੋ ਟੈਸਟਿਸ ਦਾ। ਸੋ ਹੋਲੈਂਡਰਿਕ ਜੀਨਸ ਜਿਹੜੀਆਂ ਹੈਗੀਆਂ ਨੇ, ਠੀਕ ਹੈ। ਸੋ ਮੇਲ ਟ੍ਰੇਟ ਦੇ ਲਈ ਮੀਨਸ ਕਿ ਟੈਸਟਿਸ ਦੇ ਲਈ ਕੋਡ ਕਰਦੀਆਂ। ਇਸੇ ਤਰੀਕੇ ਦੇ ਨਾਲ ਇੱਕ ਵਾਰੀ ਮੈਂ ਤੁਹਾਨੂੰ ਡਾਇਗਰਾਮਸ ਦੇ ਵਿੱਚ ਦਿਖਾਉਣਾ ਚਾਹੁੰਦੀ ਹਾਂ ਸੈਕਸ ਕ੍ਰੋਮੋਸੋਮਸ। ਆ ਦੇਖੋ ਮੇਲ ਦੇ ਵਿੱਚ ਤੇ ਹਿਊਮਨਸ ਦੇ ਵਿੱਚ, ਹੈ ਨਾ। ਮੇਲ ਦੇ ਵਿੱਚ X ਅਤੇ Y, ਠੀਕ ਹੈ ਜੀ। X ਇੱਦਾਂ ਦਾ, Y ਇੱਦਾਂ ਦਾ, ਠੀਕ ਹੈ। ਫੀਮੇਲਸ ਦੇ ਵਿੱਚ ਦੋਨੋਂ X ਹੀ ਹੈ, ਸਮਝਦੇ ਪਏ ਹੋ, ਇੱਕ ਜਿਹੇ ਹੋਣਗੇ, ਠੀਕ ਹੈ। ਡਰੋਸੋਫਿਲਾ ਦੇ ਵਿੱਚ ਮੇਲ ਇਸ ਤਰ੍ਹਾਂ ਦਾ, ਠੀਕ ਹੈ ਜੀ। ਮੇਲ 'ਚ Y ਇੱਦਾਂ ਦਾ, ਫੀਮੇਲ 'ਚ ਇਸ ਤਰ੍ਹਾਂ ਦੇ, ਸੇਮ ਸਾਡੇ ਵਰਗੇ ਹੀ ਹੈ, ਠੀਕ ਹੈ। ਬਰਡਸ ਦੇ ਵਿੱਚ ZZ, ਹੈ ਨਾ, ਤੁਹਾਨੂੰ ਦਿਖਾਇਆ ਮੈਂ ਪਿੱਛੇ। ਬਰਡਸ ਦੇ ਵਿੱਚ, ਫਿਸ਼ਿਸ ਦੇ ਵਿੱਚ, ਹੈ ਨਾ। ਸੋ ZZ ਮੇਲ ਹੈ ਨਾ, ਹੋਮੋਗਮੈਟਿਕ ਹੈਗੇ ਆ। ਮੇਲ ਦੇ ਅੰਦਰ ਇੱਕ ਤਰ੍ਹਾਂ ਦੇ ਕ੍ਰੋਮੋਸੋਮਸ ਹੈ ZZ, ਜਦ ਕਿ ਫੀਮੇਲ ਜਿਹੜੀ ਹੈਗੀ ਆ ਉਹਦੇ ਵਿੱਚ ZW ਗੈਮੀਟਸ ਜਿਹੜੇ ਹੈਗੇ ਆ, ਸੈਕਸ ਕ੍ਰੋਮੋਸੋਮਸ ਜਿਹੜੇ ਹੈਗੇ ਆ ਪ੍ਰੈਜ਼ੈਂਟ ਹੈ, ਠੀਕ ਹੈ ਜੀ। ਸੋ ਇਹ ਸੈਕਸ ਕ੍ਰੋਮੋਸੋਮਸ ਦਿਖਾਏ ਹੋਏ ਆ XY ਤੇ ZZ ਤੇ ZW, ਓਕੇ। ਦੇਖੋ ਸਟਰਕਚਰ ਤਾਂ ਸੇਮ ਹੀ ਹੈ, ਠੀਕ। ਸੋ ਇਸ ਤਰੀਕੇ ਦੇ ਨਾਲ ਮੇਲ ਅਤੇ ਫੀਮੇਲ, ਹੈ ਨਾ। ਮੇਲ ਦੇ ਵਿੱਚ XY ਹਿਊਮਨ ਬੀਇੰਗ 'ਚ, ਫੀਮੇਲ ਦੇ ਵਿੱਚ XX ਅਲੱਗ-ਅਲੱਗ ਕਰਦੀ ਹੈ ਕ੍ਰੋਮੋਸੋਮਸ ਨੂੰ। ਇੱਥੋਂ ਤਾਂ ਇੱਕੋ ਹੀ ਆਊਗਾ ਕਿਉਂਕਿ X ਹੀ ਹੈ ਦੋਨਾਂ ਦੇ ਅੰਦਰ, ਇੱਥੇ ਦੋਨੋਂ ਆਉਣਗੇ। ਕ੍ਰੋਸ ਕਰਵਾ ਦਿਓ, ਜੇਕਰ ਮੇਲ ਵੱਲੋਂ X ਆਇਆ, ਫੀਮੇਲ ਵੱਲੋਂ ਵੀ X ਆਇਆ, ਅਤੇ ਬੱਚਾ ਕੀ ਹੋਏਗਾ, ਫੀਮੇਲ। ਜੇਕਰ ਮੇਲ ਵੱਲੋਂ ਜਾਂ ਫਾਦਰ ਵੱਲੋਂ Y ਆਇਆ, ਮਦਰ ਵੱਲੋਂ X ਆਇਆ, ਅਤੇ ਬੱਚੇ 'ਚ ਕਿਹੜੇ ਕ੍ਰੋਮੋਸੋਮਸ ਆ ਗਏ, XY, ਅਤੇ ਇਹ ਬੱਚੇ ਦਾ ਸੈਕਸ ਕੀ ਹੋਏਗਾ, ਮੇਲ ਹੋਏਗਾ, ਇਹ ਵਾਲਾ ਬੱਚਾ ਜਿਹੜਾ ਹੈਗਾ, ਓਕੇ। ਸੋ ਇਸ ਤਰੀਕੇ ਦੇ ਨਾਲ ਸੈਕਸ ਜਿਹੜੇ ਕ੍ਰੋਮੋਸੋਮਸ ਜਿਹੜੇ ਹੈ ਉਹ ਪ੍ਰੈਜ਼ੈਂਟ ਹੈਗੇ ਆ ਨਾ। ਮੈਕਾਨਿਜ਼ਮ ਆਫ ਸੈਕਸ ਡਿਟਰਮੀਨੇਸ਼ਨ ਜੇਕਰ ਅਸੀਂ ਕਰਦੇ ਹਾਂ, ਠੀਕ ਹੈ। ਸੋ ਮੈਕਾਨਿਜ਼ਮ ਜਿਹੜਾ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਕੀ ਕਰਦਾ ਹੈਗਾ, ਸੈਕਸ ਦੱਸਦਾ ਹੈਗਾ ਸਾਨੂੰ ਕਿਸੇ ਵੀ ਇੰਡੀਵਿਜੂਅਲ ਦਾ, ਜਦੋਂ ਇੰਡੀਵਿਜੂਅਲ ਦੀ ਲਾਈਫ ਸ਼ੁਰੂ ਹੁੰਦੀ ਹੈ। ਸੋ ਨਾਓ ਦੇਅਰ ਆਰ 3 ਮੈਕਾਨਿਜ਼ਮਸ ਹੈ, 3 ਮੇਨ ਮੈਕਾਨਿਜ਼ਮਸ ਹੈਗੇ ਆ ਸੈਕਸ ਡਿਟਰਮੀਨੇਸ਼ਨ ਦੇ। ਨੰਬਰ 1 ਜੈਨੇਟਿਕ ਔਰ ਕ੍ਰੋਮੋਸੋਮਲ, ਦੂਸਰਾ ਤੁਹਾਡੇ ਕੋਲ ਆ ਗਿਆ ਇਨਵਾਇਰਮੈਂਟਲ ਔਰ ਨੋਨ ਜੈਨੇਟਿਕ। ਸੋ ਸੈਕਿੰਡ ਤੁਹਾਡੇ ਕੋਲ ਕਿਹੜਾ ਆ ਗਿਆ, ਇਨਵਾਇਰਮੈਂਟਲ ਔਰ ਨੋਨ ਜੈਨੇਟਿਕ। ਇਹਦੇ ਵਿੱਚ ਇਨਵਾਇਰਮੈਂਟ ਦਾ ਹੀ ਰੋਲ ਹੋਏਗਾ ਸਾਰਾ। ਅਤੇ ਥਰਡ ਤੁਹਾਡੇ ਕੋਲ ਮੈਕਾਨਿਜ਼ਮ ਕਿਹੜਾ ਆ ਗਿਆ, ਨੋਨ ਕ੍ਰੋਮੋਸੋਮਲ ਮੈਕਾਨਿਜ਼ਮ ਤੁਹਾਡੇ ਕੋਲ ਆ ਗਿਆ ਸੈਕਸ ਡਿਟਰਮੀਨੇਸ਼ਨ ਦਾ, ਠੀਕ ਹੈ ਜੀ। ਸੋ ਜੈਨੇਟਿਕ ਜਾਂ ਫਿਰ ਜਿਹੜਾ ਕ੍ਰੋਮੋਸੋਮਲ ਹੈ ਨਾ, ਇਹਦੀ ਬੱਚੇ ਫਿਰ ਤੋਂ ਦੁਬਾਰਾ ਨੈਚੁਰਲੀ ਫਿਰ ਇਹ ਜੈਨੇਟਿਕ ਹੈ। ਸੋ ਇਹਦੇ ਵਿੱਚ ਸੈਕਸ ਕ੍ਰੋਮੋਸੋਮਸ ਦੇ ਬੇਸਿਸ ਦੇ ਉੱਤੇ ਹੀ ਹੋਏਗੀ ਸਾਰੀ ਡਿਟਰਮੀਨੇਸ਼ਨ ਜਿਹੜੀ ਹੋਏਗੀ, ਠੀਕ ਹੈ ਨਾ। ਸੋ ਇਸ ਕਰਕੇ ਦੇਖੋ ਉਹੀ XX ਅਤੇ XY ਜਿਹੜੇ ਮੈਂ ਤੁਹਾਨੂੰ ਪਿੱਛੇ 4 ਸੈਕਸ ਕ੍ਰੋਮੋਸੋਮਸ ਦੀਆਂ ਟਾਈਪ ਦੱਸੀਆਂ ਉਹ ਆ ਜਾਣੀਆਂ ਇਹਦੇ ਵਿੱਚ, ਹੈ ਨਾ। XX ਤੇ XY, XX ਤੇ X0,
ZW Z0 Z0 ZZ ਤੇ ਇੱਕ ਤੁਹਾਡੇ ਕੋਲ ਪੰਜਵਾਂ ਮੈਥਡ ਤੁਹਾਡੇ ਕੋਲ ਇਹਦੇ 'ਚ ਆ ਜਾਂਦਾ ਹੈਪਲੋਇਡ ਡਿਪਲੋਇਡ ਮੈਕੈਨਿਜ਼ਮ ਆ ਜਾਂਦਾ ਸੈਕਸ ਡਿਟਰਮੀਨੇਸ਼ਨ ਦਾ। ਓਕੇ, ਦੂਸਰਾ ਤੁਹਾਡੇ ਕੋਲ ਆ ਗਿਆ ਇਨਵਾਇਰਮੈਂਟਲ ਔਰ ਜੈਨੇਟਿਕ। ਮੈਂ ਕਰਵਾਉਂਦੀ ਹਾਂ ਤੁਹਾਨੂੰ ਇਹਦੇ ਵਿੱਚ ਇਨਵਾਇਰਮੈਂਟਲ ਫੈਕਟਰਸ ਜਿਹੜੇ ਹੈਗੇ ਆ ਉਹ ਰਿਸਪੋਂਸੀਬਲ ਹੋਣਗੇ ਇੰਡੀਵਿਜੂਅਲ ਦੇ ਸੈਕਸ ਲਈ। ਇਸੇ ਤਰੀਕੇ ਦੇ ਨਾਲ ਕ੍ਰੋਮੋਜ਼ੋਮਸ ਤੋਂ ਇਲਾਵਾ ਹੈ ਨਾ ਕ੍ਰੋਮੋਜ਼ੋਮਸ ਸੈਕਸ ਕ੍ਰੋਮੋਜ਼ੋਮਸ ਰਿਸਪੋਂਸੀਬਲ ਨਹੀਂ ਹੋਣਗੇ ਇਸ ਕੇਸ ਦੇ ਵਿੱਚ ਵੀ। ਓਕੇ, ਫਿਰ ਇੱਥੇ ਥੋੜ੍ਹਾ ਜਿਹਾ ਦੱਸਿਆ ਤੁਹਾਨੂੰ ਟੇਬਲ ਦੀ ਫੋਰਮ ਦੇ ਵਿੱਚ ਹੋਮੋਗੇਮੈਟਿਕ ਹੈਟਰੋਗੇਮੈਟਿਕ ਹੈ ਨਾ, ਠੀਕ ਹੈ। ਸੋ ਹੈਟਰੋਗੇਮੈਟਿਕ ਜਿਹੜੇ ਆ ਮੀਨਸ ਕਿ ਜਿਨ੍ਹਾਂ ਦੇ ਅੰਦਰ ਦੋ ਤਰ੍ਹਾਂ ਦੇ ਸੈਕਸ ਕ੍ਰੋਮੋਜ਼ੋਮ ਹੈ ਐਕਸ ਅਤੇ ਵਾਈ। ਹੁਣ ਮੈਂ ਤਾਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ, ਠੀਕ ਹੈ, ਕਿ ਵੀ ਜਿਨ੍ਹਾਂ ਦੇ ਕੋਲ ਜਿਹੜੇ ਸਪਰਮਸ ਦੇ ਕੋਲ ਵਾਈ ਕ੍ਰੋਮੋਜ਼ੋਮ ਹੁੰਦਾ ਨਾ ਬੱਚੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਐਂਡਰੋਸਪਰਮ, ਅਤੇ ਜਿਹੜੇ ਸਪਰਮ ਦੇ ਕੋਲ ਐਕਸ ਕ੍ਰੋਮੋਜ਼ੋਮ ਚਲਾ ਜਾਂਦਾ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਗਾਈਨੋਸਪਰਮ। ਕੋਈ ਔਖੀ ਗੱਲ ਨਹੀਂ ਹੈ, ਫੀਮੇਲ ਦੇ ਲਈ ਅਸੀਂ ਵਰਡ ਯੂਜ਼ ਕਰਦੇ ਹਾਂ ਨਾ ਗਾਈਨੀ। ਓਕੇ, ਠੀਕ ਹੈ। ਸੋ ਜਿਹੜੇ ਮੇਲ ਦੇ ਸਪਰਮਸ ਦੇ ਕੋਲ ਐਕਸ ਕ੍ਰੋਮੋਜ਼ੋਮ, ਕਿਉਂਕਿ ਤੁਹਾਨੂੰ ਪਤਾ ਕਿ ਬੰਦੇ ਦੇ ਅੰਦਰ ਦੋ ਤਰ੍ਹਾਂ ਦੇ ਸਪਰਮਸ ਪ੍ਰੋਡਿਊਸ ਹੁੰਦੇ ਆ, ਇੱਕ ਐਕਸ ਕ੍ਰੋਮੋਜ਼ੋਮ ਵਾਲੇ, ਇੱਕ ਵਾਈ ਕ੍ਰੋਮੋਜ਼ੋਮ ਵਾਲੇ। ਓਕੇ, ਠੀਕ ਹੈ। ਸੋ ਅਸੀਂ ਡਿਟੇਲ ਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਹੈ ਸੈਕਸ ਡਿਟਰਮੀਨੇਸ਼ਨ ਜਿਹੜੀ ਆਪਾਂ ਸਟੱਡੀ ਕਰਾਂਗੇ ਉਹਦੇ ਮੈਕੈਨਿਜ਼ਮਸ ਜਿਹੜੇ ਹੈਗੇ ਆ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਦੱਸਦੀ ਹਾਂ। ਸੋ ਸਭ ਤੋਂ ਪਹਿਲਾਂ ਮੈਕੈਨਿਜ਼ਮ ਜੋ ਹੈ ਬੱਚੇ ਤੁਹਾਡੇ ਕੋਲ ਜੈਨੇਟਿਕ ਔਰ ਕ੍ਰੋਮੋਜ਼ੋਮਲ ਜੋ ਸੈਕਸ ਡਿਟਰਮੀਨੇਸ਼ਨ ਹੈ XX ਅਤੇ XY ਦੀ, ਹੈ ਨਾ ਦੱਸਿਆ ਨਾ ਤੁਹਾਨੂੰ 5 ਟਾਈਪਸ ਮੈਂ ਤੁਹਾਨੂੰ ਇਹਦੇ ਅੰਡਰ ਦੱਸੀਆਂ ਨੇ, 4 ਤਰ੍ਹਾਂ ਦੇ ਸੈਕਸ ਕ੍ਰੋਮੋਜ਼ੋਮ ਅਤੇ ਪੰਜਵੀਂ ਤੁਹਾਨੂੰ ਕਿਹੜੀ ਦੱਸੀ ਹੈ ਹੈਪਲੋਇਡ ਡਿਪਲੋਇਡ ਵਾਲੀ, ਹੈ ਨਾ, ਠੀਕ ਹੈ। ਸੋ XX ਅਤੇ XY ਉਹੀ ਜੋ ਸਾਡੇ ਅੰਦਰ 10th ਕਲਾਸ ਦੇ ਵਿੱਚ ਵੀ ਅਸੀਂ ਪੜ੍ਹਿਆ ਹੋਇਆ ਕਿਸ ਤਰੀਕੇ ਦੇ ਨਾਲ ਹਿਊਮਨ ਬੀਇੰਗਸ ਦੇ ਵਿੱਚ ਸੈਕਸ ਡਿਟਰਮੀਨੇਸ਼ਨ ਕੀਤੀ ਜਾਂਦੀ ਹੈ, ਨਹੀਂ। ਸੋ ਇਹ ਕੀ ਲਿਖਿਆ ਹੋਇਆ 44A ਬੱਚੇ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਦੋ ਤਰ੍ਹਾਂ ਦੇ ਤਾਂ ਸੈਕਸ ਕ੍ਰੋਮੋਜ਼ੋਮ ਪ੍ਰੈਜ਼ੈਂਟ ਹੈ ਸਾਡੇ ਅੰਦਰ, 2A ਹੋ ਗਏ ਅਤੇ 44 ਆਟੋਸੋਮਸ ਹੋ ਗਏ, ਜਿਹੜੇ ਬਾਕੀ ਸਾਰੀ ਬੋਡੀ ਦੇ ਵਿੱਚ ਕ੍ਰੋਮੋਜ਼ੋਮਸ ਪ੍ਰੈਜ਼ੈਂਟ ਹੈਗੇ ਆ। ਸੋ ਉਹਨਾਂ ਨੂੰ ਆਟੋਸੋਮਸ ਕਹਿੰਦੇ ਆ, ਇਸ ਕਰਕੇ ਲਿਖਿਆ 44A। 44 ਆਟੋਸੋਮਸ ਹੋ ਗਏ, ਠੀਕ ਹੈ, ਅਤੇ 2 ਸੈਕਸ ਕ੍ਰੋਮੋਜ਼ੋਮ ਹੋ ਗਏ 45 ਅਤੇ 46 ਹੋ ਗਏ ਸਾਡੇ 46 ਕ੍ਰੋਮੋਜ਼ੋਮਸ। ਓਕੇ, ਜਦੋਂ ਗੈਮੀਟਸ ਬਣੇ, ਹੁਣ ਦੇਖੋ ਜਿਹੜੀ ਮੈਂ ਪਿੱਛੇ ਡਾਇਗਰਾਮ ਦਿਖਾਈ ਸੀ ਉਹਦੇ 'ਚ ਇਕੱਲਾ XY ਅਤੇ XX ਲਿਖਿਆ ਹੋਇਆ ਸੀ। ਤੁਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹੋ ਵੀ ਮੇਲ ਦੇ ਵਿੱਚ XY, ਫੀਮੇਲ ਦੇ ਵਿੱਚ XX, ਪਰ ਜੇਕਰ ਅਸੀਂ ਆਟੋਸੋਮਸ ਨਾਲ ਲਿਖਣਾ ਚਾਹੀਏ ਨਾ ਤਾਂ ਅਸੀਂ ਉਹ ਵੀ ਲਿਖ ਸਕਦੇ ਹਾਂ। ਜਦੋਂ ਗੈਮੀਟਸ ਬਣੇ ਨੈਚੁਰਲੀ ਇੱਕ ਗੈਮੀਟ ਦੇ ਵਿੱਚ 22 ਆਟੋਸੋਮ ਚਲੇ ਗਏ, ਦੂਜੇ 'ਚ ਵੀ 22 ਆਟੋਸੋਮ ਚਲੇ ਗਏ, X ਇੱਕ 'ਚ ਚਲਾ ਗਿਆ, Y ਇੱਕ 'ਚ ਚਲਾ ਗਿਆ। ਮੇਲ 'ਚ ਜਦੋਂ ਸਪਰਮ ਬਣੇ, ਇਸੇ ਤਰੀਕੇ ਦੇ ਨਾਲ ਫੀਮੇਲ ਦੇ ਵਿੱਚ ਜਦੋਂ ਐਗ ਬਣੇ, ਠੀਕ ਹੈ, ਸੋ X ਕ੍ਰੋਮੋਜ਼ੋਮ ਚਲਾ ਗਿਆ ਇੱਕ ਐਗ 'ਚ, ਦੂਸਰੇ ਐਗ ਦੇ ਵਿੱਚ ਵੀ X ਕ੍ਰੋਮੋਜ਼ੋਮ ਚਲਾ ਗਿਆ, ਨਾਲ 22A ਚਲੇ ਗਏ। ਜਦੋਂ ਆਪਸ 'ਚ ਇਹਨਾਂ ਨੂੰ ਕ੍ਰੋਸ ਕਰਵਾਇਆ ਤਾਂ ਅਸੀਂ ਕੀ ਦੇਖਿਆ ਕਿ 1:1 ਰੇਸ਼ੋ ਪੈਦਾ ਹੋਈ ਹੈ ਨਾ, 2 ਲੜਕੀਆਂ ਪੈਦਾ ਹੋਈਆਂ, 2 ਹੀ ਲੜਕੇ ਪੈਦਾ ਹੋਏ, 2:2 ਕੱਟ ਕੇ ਕਿੰਨਾ ਆ ਗਿਆ 1:1, ਸਮਝਦੇ ਹੋ। ਤਾਂ ਇਸ ਤਰੀਕੇ ਦੇ ਨਾਲ ਸੈਕਸ ਜਿਹੜਾ ਹੈਗਾ ਡਿਟਰਮਿਨ ਕੀਤਾ ਜਾ ਸਕਦਾ। ਸੋ ਇੱਥੋਂ ਪਤਾ ਲੱਗਦਾ ਕਿ ਮੇਲ ਜਿਹੜਾ ਹੈਗਾ ਫਾਦਰ ਜਿਹੜਾ ਹੈਗਾ ਉਹ ਰਿਸਪੋਂਸੀਬਲ ਹੈਗਾ, ਠੀਕ ਹੈ, ਕਿ ਬੱਚੇ ਦਾ ਜਿਹੜਾ ਸੈਕਸ ਹੈ ਉਹ ਕੀ ਹੋਏਗਾ, ਕਿਉਂਕਿ ਮਦਰ ਉਹਦੇ ਕੋਲ ਤਾਂ ਹੈ ਹੀ XX ਹੈ। ਫਾਦਰ ਵੱਲੋਂ ਜੇਕਰ ਵਾਈ ਵਾਲਾ ਸਪਰਮ ਆਏਗਾ, ਠੀਕ ਹੈ ਨਾ, ਤਾਂ ਫਿਰ ਹੀ ਮੇਲ ਬੱਚਾ ਪੈਦਾ ਹੋਏਗਾ। ਜੇਕਰ ਫਾਦਰ ਵੱਲੋਂ ਵੀ X ਆ ਗਿਆ, ਮਦਰ ਵੱਲੋਂ ਤਾਂ X ਆਉਣਾ ਹੀ ਸੀ, ਫਿਰ ਉਹ ਫੀਮੇਲ ਹੋਏਗੀ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਹਿਊਮਨ ਬੀਇੰਗਸ ਦੇ ਵਿੱਚ ਸੈਕਸ ਡਿਟਰਮਿਨ ਕੀਤਾ ਜਾਂਦਾ। ਬਾਕੀ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਹੈ ਨਾ। ਸੋ ਅਸੀਂ ਜਿਹੜਾ ਮੇਲ ਵਾਲਾ ਸਪਰਮ ਹੈਗਾ ਜਿਹਦੇ 'ਚ Y ਕ੍ਰੋਮੋਜ਼ੋਮ ਗਿਆ ਅਸੀਂ ਉਹਨੂੰ ਐਂਡਰੋਸਪਰਮ ਕਹਿੰਦੇ ਹਾਂ, ਜਿਹਦੇ 'ਚ X ਵਾਲਾ ਕ੍ਰੋਮੋਜ਼ੋਮ ਗਿਆ ਅਸੀਂ ਉਹਨੂੰ ਗਾਈਨੋਸਪਰਮ ਕਹਿੰਦੇ ਹਾਂ, ਹੈ ਨਾ, ਠੀਕ ਹੈ। ਸੋ ਐਂਡਰੋਸੋਮਸ Y ਕ੍ਰੋਮੋਜ਼ੋਮ ਨੂੰ ਅਸੀਂ ਐਂਡਰੋਸੋਮ ਕਹਿੰਦੇ ਹਾਂ। ਦੇਖੋ ਸਪਰਮਸ ਦੇ ਲਈ ਅਲੱਗ ਨਾਮ ਹੈ, Y ਕ੍ਰੋਮੋਜ਼ੋਮ ਦੇ ਲਈ ਅਸੀਂ ਅਲੱਗ ਨਾਮ ਦਿੱਤਾ ਹੋਇਆ ਐਂਡਰੋਸੋਮਸ। ਇਸੇ ਤਰੀਕੇ ਦੇ ਨਾਲ ਜਿਹੜੇ ਫਲਾਵਰਿੰਗ ਪਲਾਂਟਸ ਹੁੰਦੇ ਆ, ਠੀਕ ਹੈ, ਸੋ ਇੰਨੀ ਡਿਟੇਲ ਦੇ ਵਿੱਚ ਤੁਹਾਨੂੰ ਸੈਕਿੰਡ ਚੈਪਟਰ ਪੜ੍ਹਾਇਆ ਹੋਇਆ। ਸੋ ਉਹ ਬਾਈਸੈਕਸ਼ੁਅਲ ਹੁੰਦੇ ਆ, ਪਰ ਇਹਨਾਂ ਦੇ ਅੰਦਰ ਨਾ ਕੁਝ ਸੈਕਸ ਕ੍ਰੋਮੋਜ਼ੋਮਸ ਨਹੀਂ ਹੁੰਦੇ, ਹੈ ਨਾ, ਪਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਜਿਹੜੇ ਯੂਨੀਸੈਕਸ਼ੁਅਲ ਫਲਾਵਰਿੰਗ ਪਲਾਂਟਸ ਹੈ ਨਾ, ਜਿਨ੍ਹਾਂ ਦੇ ਉੱਤੇ ਇੱਕ ਸੈਕਸ ਵਾਲੇ ਮਤਲਬ ਫਲਾਵਰ ਲੱਗਦੇ ਆ, XX ਅਤੇ XY ਟਾਈਪ ਦੇ ਸੈਕਸ ਕ੍ਰੋਮੋਜ਼ੋਮਲ ਮੈਕੈਨਿਜ਼ਮ ਜਿਹੜਾ ਹੈਗਾ ਵੀ ਜਿਸ ਤਰ੍ਹਾਂ ਫੀਮੇਲ ਜਿਹੜੀ ਹੈਗੀ ਉਹਦੇ ਕੋਲ XX ਕ੍ਰੋਮੋਜ਼ੋਮ ਹੈ, ਮੇਲ ਦੇ ਕੋਲ XY ਹੈ। ਪਰ ਜੇਕਰ ਤੁਸੀਂ ਕਹੋ ਕਿ ਅਸੀਂ ਪਰਟੀਕੂਲਰਲੀ ਸੈਕਸ ਦਿਖਾਉਣਾ ਹੈ ਕ੍ਰੋਮੋਜ਼ੋਮਸ, ਉਹ ਨਹੀਂ ਹੁੰਦਾ ਪਲਾਂਟਸ ਦੇ ਵਿੱਚ, ਉਹ ਐਨੀਮਲਸ ਦੇ ਵਿੱਚ ਹੀ ਹੁੰਦਾ, ਹਿਊਮਨ ਬੀਇੰਗਸ ਦੇ ਵਿੱਚ ਹੀ ਹੁੰਦਾ, ਹੈ ਨਾ, ਠੀਕ ਹੈ। ਸੋ ਇਸੇ ਤਰੀਕੇ ਦੇ ਨਾਲ ਬੱਚੇ ਇਹ ਵੀ ਤੁਸੀਂ ਕ੍ਰੋਸਿਸ ਦਿਖਾ ਸਕਦੇ ਹੋ। ਮੈਂ ਤੁਹਾਨੂੰ 1-2 ਕੇਸਿਸ ਦੇ ਵਿੱਚ ਦਿਖਾ ਦਿੰਦੀ ਹਾਂ, ਹੈ ਨਾ, ਠੀਕ ਹੈ। ਸੋ ਦੂਸਰੀ ਟਾਈਪ ਦੇ ਤੁਹਾਡੇ ਕੋਲ ਸੈਕਸ ਕ੍ਰੋਮੋਜ਼ੋਮ ਕਿਹੜੇ ਆ ਗਏ XX ਅਤੇ X0 ਟਾਈਪ ਦੇ। ਹੁਣ ਮੈਂ ਇਹ ਨਹੀਂ ਦੱਸਣਾ ਕਿ ਮੈਂ ਤੁਹਾਨੂੰ ਕਿੰਨਾ 'ਚ ਪੜ੍ਹਾਏ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਪੁੱਛ ਲੈਂਦੇ ਆ ਵੀ ਇਸ ਕਿਸਮ ਦੇ ਸੈਕਸ ਕਿੰਨਾ 'ਚ ਪਾਏ ਜਾਂਦੇ ਆ, 1 ਮਾਰਕਸ ਦੇ ਵਿੱਚ ਓਬਜੈਕਟਿਵ ਟਾਈਪ ਕੁਐਸਚਨ ਪਿੱਛੇ ਦੇਖ ਲਿਓ, ਜ਼ਰੂਰ ਹੋਣਗੇ ਇੱਦਾਂ ਦੇ, ਹੈ ਨਾ, ਠੀਕ ਹੈ। ਸੋ ਵੀ ਇਸ ਕਿਸਮ ਦੇ ਸੈਕਸ ਕ੍ਰੋਮੋਜ਼ੋਮਸ ਕਿਹੜੇ ਆਰਗੈਨਿਜ਼ਮਸ ਦੇ ਵਿੱਚ ਪਾਏ ਜਾਂਦੇ ਆ। ਓਕੇ, ਮੇਲ ਲੈ ਲਈਏ। ਹੁਣ ਦੇਖੋ ਉੱਥੇ ਮੈਂ ਲੈਂਦੀ ਸੀ 44 ਦੇ ਨਾਲ ਇੱਕ A ਲਿਖਿਆ ਸੀ, ਅਤੇ ਕੀ ਮੈਂ ਇਹਨਾਂ ਨੂੰ A ਵੀ ਲਿਖ ਸਕਦੀ ਹਾਂ ਆਟੋਸੋਮਸ ਨੂੰ? ਕੋਈ ਗੱਲ ਨਹੀਂ, ਲਿਖ ਸਕਦੇ ਹਾਂ, ਠੀਕ ਹੈ। ਪਲੱਸ X0 ਕਿਉਂਕਿ ਤੁਹਾਨੂੰ ਪਤਾ ਇੱਥੇ ਮੇਲ ਜਿਹੜਾ ਹੈਗਾ, ਠੀਕ ਹੈ, ਸੋ ਉਹ ਕੀ ਹੈ
एक्स 0 है, वाई क्रोमोसोम एबसेंट है इस केस च, ठीक है जी। फीमेल ए प्लस एक्स बना दो गैमीट्स, गैमीट्स ਨੂੰ ਜਦੋਂ क्रॉस ਕਰਵਾਇਆ ਉਹੀ 2 ਤਰ੍ਹਾਂ ਦੀਆਂ ਫੀਮੇਲ 2 ਤਰ੍ਹਾਂ ਦੇ ਮੇਲ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਸੈਕਸ ਜਿਹੜਾ ਹੈਗਾ ਡਿਟਰਮਿਨ ਕੀਤਾ ਜਾ ਸਕਦਾ। ਅਦਰ ਐਗਜ਼ਾਮਪਲਸ ਦੇ ਵਿੱਚ ਕ੍ਰੋਸਿਸ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੀ ਹਾਂ, ਉਹ ਤੁਸੀਂ ਖੁਦ ਦੇਖਣੀ ਹੈ, ਠੀਕ ਹੈ ਜੀ। ਆ ZZ ਵਾਲੀ, ਇਹ ZZ ਵਾਲੀ, ਠੀਕ ਹੈ ਜੀ। ਸੋ ਉੱਦਾਂ ਹੀ ਕਰੋਸਿਸ ਬਣਾਉਣੀਆਂ ਨੇ ਜੋ ਤੁਹਾਨੂੰ ਪੇਰੈਂਟਸ ਦਿੱਤੇ ਹੋਏ ਆ, ਸਿਖਾਇਆ ਪਿੱਛੇ ਵੀ ਕਰੋਸ ਕਿੱਦਾਂ ਬਣਾਈ ਦੀ ਹੈ, ਉਹਨਾਂ ਤੋਂ ਗੈਮੀਟਸ ਬਣਾ ਕੇ ਕਰੋਸ ਕਰਵਾ ਦੇਣਾ ਹੈ, ਠੀਕ ਹੈ। ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ, ਤੁਹਾਡੇ ਇੱਕ ਇੱਥੇ ਟੌਪਿਕ ਦਿੱਤਾ ਹੋਇਆ ਕਿ ਸੈਕਸ ਕ੍ਰੋਮੋਸੋਮਸ ਦਾ ਕੀ ਇਨਫਲੂਐਂਸ ਹੈ ਹਿਊਮਨ ਬੀਇੰਗਸ ਦੇ ਵਿੱਚ, ਜਿਹੜਾ ਸੈਕਸ ਹੈ ਉਹਦੇ ਉੱਤੇ ਸੈਕਸ ਕ੍ਰੋਮੋਸੋਮਸ ਦਾ ਕੀ ਇਨਫਲੂਐਂਸ ਹੈ। ਬੱਚੇ ਇਹ ਥੋੜ੍ਹਾ ਜਿਹਾ ਉਹਨੇ ਐਕਸਪਲੇਨ ਕੀਤੀ ਕੋਈ ਗੱਲ, ਦੇਖੋ ਇੱਥੇ ਉਹਨੇ ਕਿਹਾ ਕਿ TDF ਫੈਕਟਰ ਹੈ ਨਾ, ਕਿ ਜਦੋਂ ਸ਼ੁਰੂ ਦੇ ਵਿੱਚ ਐਂਬਰੀਓ ਡਿਵੈਲਪ ਕਰਦਾ ਨਾ, ਤਾਂ ਉਹਦੇ ਅੰਦਰ ਜਿਹੜੇ ਗੋਨੈਡਸ ਹੈ, ਰੀਪਰੋਡਕਟਿਵ ट्रैक है, वो हजे तक अनडिफरेंशिएटेड है, मतलब कि रूडीमेंट्री है, हजे तक सही ग्रोथ नहीं हुई है ना, ठीक है। सो रूडीमेंट ਜਿਹੜੇ ਗੋਨੈਡਸ ਹੈਗੇ ਆ ਉਹ ਟੈਸਟਿਸ ਵੀ ਬਣਾ ਸਕਦੇ ਤੇ ਓਵਰੀਜ਼। ਤੁਸੀਂ ਹੈਰਾਨ ਹੋਵੋਗੇ, ਤੁਸੀਂ ਕਹੋਗੇ ਕਿ ਨਹੀਂ ਜੀ ਵੀ ਹਾਂ ਠੀਕ ਹੈ ਵੀ ਸਪਰਮ ਦੇ ਨਾਲ ਫਰਟੀਲਾਈਜੇਸ਼ਨ ਹੋਈ, ਠੀਕ ਹੈ ਨਾ, ਵਾਈ ਕ੍ਰੋਮੋਸੋਮ ਵਾਲੇ ਸਪਰਮ ਦੇ ਨਾਲ ਤੇ ਮੇਲ ਹੀ ਪੈਦਾ ਹੋਣਾ ਹੈ, ਤੇ ਐਕਸ ਵਾਲੇ ਦੇ ਨਾਲ ਹੋਈ ਹੈ ਤੇ ਫੀਮੇਲ ਪੈਦਾ ਹੋਣੀ ਹੈ ਨਾ। ਪਰ ਚਲੋ ਫਿਰ ਵੀ ਉਹ ਇੱਕ ਗੱਲ ਦੱਸਣ ਲੱਗੇ ਆ, ਸੁਣੋ ਕਿ ਵੀ ਸ਼ੁਰੂ ਦੇ ਵਿੱਚ ਹਜੇ ਨਾ ਐਂਬਰੀਓ ਦੇ ਸੈਕਸ ਆਰਗਨਸ ਜਿਹੜੇ ਆ ਰਿਊਡੀਮੈਂਟਰੀ ਹੈ, ਡਿਵੈਲਪ ਨਹੀਂ ਹੋਏ ਹਜੇ। ਤੁਹਾਨੂੰ ਪਤਾ ਕਿ ਸੈਕਸ ਡਿਟਰਮਿਨਿੰਗ ਜੀਨ ਕਿਹੜੀ ਹੈਗੀ ਹੈ, ਵਾਈ ਕ੍ਰੋਮੋਸੋਮ ਦੇ ਉੱਤੇ ਪ੍ਰੈਜ਼ੈਂਟ ਹੈਗੀ ਹੈ, ਜਿਹੜੀ ਕਿ ਕੀ ਡਿਟਰਮਿਨ ਕਰੇਗੀ ਕਿ ਬੱਚਾ ਜੋ ਹੋਏਗਾ ਉਹ ਮੇਲ ਹੋਏਗਾ, ਹੈ ਨਾ। ਸੋ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਇਹ ਜਿਹੜੀ ਜੀਨ ਹੈ ਨਾ ਵਾਈ ਕ੍ਰੋਮੋਸੋਮ ਦੇ ਉੱਤੇ ਪ੍ਰੈਜ਼ੈਂਟ ਹੈਗੀ ਹੈ, ਠੀਕ ਹੈ। ਸੋ ਇਹ ਇੱਕ ਜੀਨ ਰੈਗੂਲੇਟਰੀ ਪ੍ਰੋਟੀਨ ਜਿਹੜੀ ਹੈਗੀ ਆ ਉਹ ਬਣਾਉਂਦੀ ਹੈ TDF, ਸਮਝਦੇ ਪਏ ਹੋ। ਵਾਈ ਕ੍ਰੋਮੋਸੋਮ ਦੇ ਉੱਤੇ ਜਿਹੜੀ ਥੋੜ੍ਹੀਆਂ ਬਹੁਤੀਆਂ ਜੀਨਸ ਪ੍ਰੈਜ਼ੈਂਟ ਹੈਗੀਆਂ ਨੇ ਨਾ, ਉਹ ਇੱਕ TDF ਬਣਾਉਂਦੀ ਹੈ, ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਟੈਸਟਿਸ ਡਿਟਰਮਿਨਿੰਗ ਫੈਕਟਰ, ਹੈ ਨਾ। ਜਿਹੜੇ ਕਿ ਨੈਚੁਰਲੀ ਫਿਰ ਬੱਚੇ ਦੇ ਜਿਹੜਾ ਗੋਨੈਡ ਹੋਏਗਾ, ਜਿਹੜਾ ਸੈਕਸ ਔਰਗਨ ਹੋਏਗਾ, ਉਹਨੂੰ ਕੀ ਬਣਾ ਦੇਣਗੀਆਂ, ਉਹਨੂੰ ਟੈਸਟਿਸ ਬਣਾ ਦੇਣਗੀਆਂ। ਫਿਰ ਜਦੋਂ ਟੈਸਟਿਸ ਜਿਹੜੀਆਂ ਹੈਗੀਆਂ ਨੇ ਉਹ ਟੈਸਟੋਸਟੀਰੋਨ ਹਾਰਮੋਨ ਪ੍ਰੋਡਿਊਸ ਕਰ ਦਿੰਦੀਆਂ ਨਾ, ਤਾਂ ਫਿਰ ਬੱਚੇ ਤੁਹਾਨੂੰ ਪਤਾ ਕਿ ਇਹ ਮੇਲ ਹਾਰਮੋਨ ਹੈਗਾ, ਫਿਰ ਬੰਦੇ ਦੇ ਅੰਦਰ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਲ ਰੀਪਰੋਡਕਟਿਵ ਟਰੈਕਸ ਦੀ, ਹੈ ਨਾ, ਠੀਕ ਹੈ। ਸੋ ਇਸੇ ਤਰੀਕੇ ਦੇ ਨਾਲ ਨੈਚੁਰਲੀ ਫਿਰ ਟੈਸਟਿਸ ਜਿਹੜੀਆਂ ਹੈਗੀਆਂ ਨੇ ਕੁਛ ਇੱਦਾਂ ਦਾ ਸਬਸਟੈਂਸ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦੀਆਂ ਕਿ ਕਿਤੇ ਹੁਣ ਫੀਮੇਲ ਟਰੈਕ ਜਿਹੜਾ ਹੈਗਾ ਉਹ ਡਿਵੈਲਪ ਨਾ ਕਰ ਜਾਏ। ਜੇਕਰ ਐਂਬਰੀਓਨਿਕ ਲਾਈਫ ਦੇ ਪਹਿਲੇ 6 ਹਫ਼ਤਿਆਂ ਦੇ ਅੰਦਰ ਟੈਸਟਿਸ ਡਿਫਰੈਂਸ਼ੀਏਟ ਨਾ ਕੀਤੀਆਂ ਤਾਂ ਫਿਰ ਬੱਚੇ ਗੋਨੈਡਸ ਜਿਹੜੇ ਹੈਗੇ ਆ ਉਹਨਾਂ ਨੇ ਓਵਰੀ ਦੇ ਵਿੱਚ ਡਿਫਰੈਂਸ਼ੀਏਟ ਹੋ ਜਾਣਾ। ਦੇਖੋ ਤਾਂ ਹੀ ਕਈ ਵਾਰੀ ਉਹ ਕਹਿੰਦੇ ਆ ਨਾ, ਜਿਸ ਤਰ੍ਹਾਂ ਚਲੋ ਮਤਲਬ ਇਹ ਹੈ ਤਾਂ ਇਹ ਚੀਜ਼ ਹੈ ਵੀ ਮੈਂ ਇੱਥੇ ਕਹਿਣਾ ਨਹੀਂ ਚਾਹੁੰਦੀ, ਪਰ ਜਿੱਦਾਂ ਕੁਛ ਲੋਕ ਕਹਿੰਦੇ ਦਵਾਈ ਖਵਾਉਂਦੇ ਹੈਗੇ ਆ ਵੀ ਹਾਂਜੀ ਜੀ 1.25 ਮਹੀਨੇ ਦੇ ਅੰਦਰ ਜੀ ਦਵਾਈ ਖਾਣੀ ਹੈਗੀ ਹੈ ਨਾ, ਕਿ ਲੜਕਾ ਹੋਏਗਾ ਲੜਕੀ ਹੋਏਗੀ, ਹੈ ਨਾ। ਸੋ ਸਾਇੰਸ ਤਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਹੈ। ਪਰ ਜੇਕਰ ਅਸੀਂ ਇਸ ਟੌਪਿਕ ਨੂੰ ਥੋੜ੍ਹਾ ਜਿਹਾ ਦੇਖੀਏ ਤਾਂ ਇੱਥੇ ਇਹ ਲਿਖਿਆ ਹੋਇਆ ਕਿ 6 ਹਫ਼ਤਿਆਂ ਦੇ ਅੰਦਰ, ਠੀਕ ਹੈ ਨਾ, ਕਿ ਜੇਕਰ ਬੱਚੇ ਦਾ ਗੋਨੈਡ ਟੈਸਟਿਸ 'ਚ ਡਿਫਰੈਂਸ਼ੀਏਟ ਨਹੀਂ ਨਾ ਹੁੰਦਾ, ਫਿਰ ਉਹ ਓਵਰੀ 'ਚ ਡਿਫਰੈਂਸ਼ੀਏਟ ਹੋਣਾ ਸ਼ੁਰੂ ਹੋ ਜਾਂਦਾ। ਪਰ ਇੱਦਾਂ ਦੀਆਂ ਫੀਮੇਲ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਕਵਾਂਗੇ ਡੀਫਾਲਟ ਸੈਕਸ ਕਵਾਂਗੇ, ਹੈ ਨਾ। ਕਿਉਂਕਿ ਫੀਮੇਲ ਦਾ ਰੀਪਰੋਡਕਟਿਵ ਟਰੈਕ ਦਾ ਇੱਥੇ ਡਿਵੈਲਪ ਕਰ ਗਿਆ, ਪਰ ਉਹ ਹਾਰਮੋਨਲ ਸਿਗਨਲ ਤੋਂ ਬਿਨਾਂ ਕੀਤਾ, ਜਦ ਕਿ ਇੱਥੇ ਅਸੀਂ ਕੀ ਕਿਹਾ ਸੀ, ਟੈਸਟੋਸਟੀਰੋਨ ਹਾਰਮੋਨ ਆਇਆ ਤਾਂ ਹੀ ਪ੍ਰੋਪਰ ਟੈਸਟਿਸ ਬਣੀਆਂ ਨੇ ਮੇਲ ਦੇ ਅੰਦਰ ਵੀ, ਓਕੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਵੇਰੀਏਸ਼ਨਸ ਜਿਹੜੀਆਂ ਹੈਗੀਆਂ, ਜੇਕਰ ਅਸੀਂ ਸਟੱਡੀ ਕਰੀਏ ਸੈਕਸ ਕ੍ਰੋਮੋਸੋਮਸ ਦੀ ਕੰਪੋਜੀਸ਼ਨ ਦੇ ਵਿੱਚ ਹਿਊਮਨ ਬੀਇੰਗਸ ਡਰੋਸੋਫਿਲਾ ਦੇ ਵਿੱਚ, ਹੈ ਨਾ, ਠੀਕ ਹੈ। ਸੋ ਵਾਈ ਕ੍ਰੋਮੋਸੋਮ ਜਿਹੜੇ ਹੈਗੇ ਆ, ਸੋ ਉਹ ਜਿਹੜੀ ਮੇਲਨੈਸ ਹੈਗੀ ਹੈ ਹਿਊਮਨ ਬੀਇੰਗਸ ਦੇ ਵਿੱਚ ਉਹਨੂੰ ਡਿਟਰਮਿਨ ਕਰਦੇ। ਪਰ ਜੇਕਰ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਵੀ XX ਅਤੇ XY ਕ੍ਰੋਮੋਸੋਮ ਡਰੋਸੋਫਿਲਾ 'ਚ ਵੀ ਪਾਏ ਜਾਂਦੇ ਆ, ਪਰ ਵਾਈ ਕ੍ਰੋਮੋਸੋਮ ਡਰੋਸੋਫਿਲਾ 'ਚ ਮੇਲਨੈਸ ਨਹੀਂ ਦੱਸਦਾ ਸਾਨੂੰ। ਫਿਰ ਡਰੋਸੋਫਿਲਾ ਦੇ ਵਿੱਚ ਕਿੱਥੋਂ ਪਤਾ ਲੱਗਦਾ ਕਿ ਮੇਲ ਪੈਦਾ ਹੋਣਗੇ ਕਿ ਕੌਣ ਪੈਦਾ ਹੋਏਗਾ। ਸੋ ਉਹਦੇ ਲਈ ਕੈਲਵਿਨ ਐਂਡ ਬ੍ਰਿਜਿਸ ਜਿਹੜੇ ਸੀਗੇ ਨਾ, ਉਹਨਾਂ ਨੇ ਕਿਹਾ ਕਿ ਡਰੋਸੋਫਿਲਾ ਸੈਕਸ ਡਿਟਰਮਿਨ ਫੈਕਟਰ ਜਿਹੜੇ ਹੈਗੇ ਆ ਨਾ, ਉਹ ਕਿੱਦਾਂ ਪਤਾ ਲੱਗਦੇ ਆ, X ਕ੍ਰੋਮੋਸੋਮ ਦੀ ਰੇਸ਼ੋ ਤੋਂ ਤੇ ਆਟੋਸੋਮਸ ਦੀ ਰੇਸ਼ੋ ਤੋਂ। ਦੇਖੋ ਕਿੰਨੀ ਅਲੱਗ ਸੈਕਸ ਡਿਟਰਮੀਨੇਸ਼ਨ ਹੈ ਡਰੋਸੋਫਿਲਾ 'ਚ। ਸੈਕਸ ਕ੍ਰੋਮੋਸੋਮ ਇਹਨਾਂ 'ਚ ਸਾਡੇ ਵਾਲੇ ਹੀ ਹੈ, ਪਰ ਕਹਿੰਦਾ ਕਿ ਵੀ ਕਿਸ ਤਰੀਕੇ ਦੇ ਨਾਲ ਪਤਾ ਲੱਗੇਗਾ, ਠੀਕ ਹੈ, ਕਿ ਵੀ ਮੇਲ ਹੋਏਗਾ ਕਿ ਫੀਮੇਲ ਪੈਦਾ ਹੋਏਗੀ, ਉਹ X ਕ੍ਰੋਮੋਸੋਮ ਤੇ ਆਟੋਸੋਮਸ ਜਿਹੜੇ ਹੁੰਦੇ ਆ, ਪਤਾ ਤੁਹਾਨੂੰ ਇਹ ਉਹਨਾਂ ਦੀ ਰੇਸ਼ੋ ਤੋਂ ਪਤਾ ਲੱਗੇਗਾ। ਦੇਖੋ ਜਿਸ ਤਰ੍ਹਾਂ ਕਿ ਜਿਹੜੇ ਇੰਡੀਵਿਜੂਅਲਸ ਹੈਗੇ ਆ ਨਾ, ਜਿਨ੍ਹਾਂ ਦੇ ਕੋਲ ਰੇਸ਼ੋ ਜਿਹੜੀ ਹੈਗੀ ਹੈ X/A, ਹੈ ਨਾ, ਸੋ ਉਹ ਜੇਕਰ 1.0 ਹੈ,
ਸਮਝਦੇ ਪਏ ਹੋ। X/A ਦੀ ਰੇਸ਼ੋ, ਫਿਰ ਫੀਮੇਲਸ ਪੈਦਾ ਹੋਣਗੀਆਂ ਉਹ ਫਰਟਾਈਲ ਵੀ ਹੋਣਗੀਆਂ, ਠੀਕ ਹੈ। ਅੱਛਾ, ਜੇਕਰ ਇਹ ਜਿਹੜੀ ਰੇਸ਼ੋ ਹੈਗੀ ਹੈ ਐਕਸੀਡ ਕਰ ਜਾਂਦੀ ਹੈ 1.0 ਤੋਂ, ਉਹ ਮੈਟਾ ਫੀਮੇਲਸ ਬਣ ਜਾਣਗੀਆਂ। ਇਹ ਵਾਲੀਆਂ ਫੀਮੇਲਸ ਨੋਰਮਲ ਫੀਮੇਲਸ ਨਹੀਂ ਹੋਣਗੀਆਂ, ਫਿਰ ਵੀਕ ਹੋਣਗੀਆਂ, ਇਨਫਰਟਾਈਲ ਹੋਣਗੀਆਂ, ਕੱਲ੍ਹ ਨੂੰ ਬੱਚੇ ਨਹੀਂ ਪੈਦਾ ਕਰ ਸਕਦੀਆਂ। ਬੱਚੇ ਮੈਂ ਇਹ ਕਿਹਦੇ ਕੇਸ ਦੇ ਵਿੱਚ ਸਮਝਾ ਰਹੀ ਹਾਂ, ਮੈਂ ਡਰੋਸੋਫਿਲਾ ਦੀ ਗੱਲ ਕਰ ਰਹੀ ਹਾਂ। ਫਰੂਟ ਫਲਾਈ ਆ ਦੇਖੋ ਪਿਕਚਰ ਵੀ ਬਣੀ ਹੋਈ ਹੈ ਇੱਦਾਂ ਦੀ, ਮੱਖੀ ਜਿਹੜੀ ਕਿ ਫਲਾਂ ਦੇ ਉੱਪਰ, ਪੱਕੇ ਹੋਏ ਫਲਾਂ ਦੇ ਉੱਪਰ ਘੁੰਮਦੀ ਹੈ। ਓਕੇ, ਅੱਛਾ, ਜੇਕਰ ਇਹ ਜਿਹੜੀ ਰੇਸ਼ੋ ਜਿਹੜੀ ਹੈਗੀ ਹੈ 0.5 ਹੈ ਤਾਂ ਨੈਚੁਰਲੀ ਫਿਰ ਉਹ ਮੇਲ ਪੈਦਾ ਹੋਣਗੇ। ਜੇਕਰ ਜਿਹੜੀ ਰੇਸ਼ੋ ਹੈਗੀ ਹੈ 0.5 ਤੋਂ ਘੱਟ ਜਾਏਗੀ ਤਾਂ ਇਨਫਰਟਾਈਲ ਮੈਟਾ ਫੀਮੇਲਸ ਹੋਣਗੇ। ਦੇਖੋ ਨਾ, ਕੋਈ ਪਰਟੀਕੂਲਰ ਰੇਸ਼ੋ ਹੈ, ਪ੍ਰੋਪਰ ਹੋਣੀ ਚਾਹੀਦੀ ਰੇਸ਼ੋ X/A ਦੀ। ਜੇਕਰ ਘੱਟ ਵੱਧ ਹੋਗੀ, ਠੀਕ ਹੈ ਨਾ, ਤਾਂ ਨੋਰਮਲ ਮੇਲ ਫੀਮੇਲ ਸਿੱਧੀ ਜੀ ਗੱਲ ਹੈ ਪੈਦਾ ਨਹੀਂ ਹੋਣਗੇ। ਬ੍ਰਿਜਿਸ ਨੇ ਇਹ ਵੀ ਡੈਮੋਨਸਟ੍ਰੇਟ ਕੀਤਾ ਕਿ ਜਿਹੜੀਆਂ ਫਰੂਟ ਫਲਾਈਜ਼ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ X/A ਰੇਸ਼ੋ 0.5 to 1.0 ਦੇ ਵਿਚਕਾਰ ਹੋਏਗੀ, ਠੀਕ ਹੈ, ਸੋ ਉਹਨਾਂ ਦੇ ਅੰਦਰ, ਠੀਕ ਹੈ, ਸੋ ਜਿਹੜੀਆਂ ਫਰੂਟ ਫਲਾਈਜ਼ ਹੈਗੀਆਂ ਨੇ, ਨੰਬਰ ਆਫ ਮੋਰਫੋਲੋਜੀਕਲ ਜਾਂ ਸੈਕਸ਼ੂਅਲ ਐਬਨੋਰਮੈਲਿਟੀਜ਼ ਜਿਹੜੀਆਂ ਆ ਜਾਣਗੀਆਂ, ਅਸੀਂ ਉਹਨਾਂ ਨੂੰ ਇੰਟਰਸੈਕਸਿਸ ਕਵਾਂਗੇ, ਨੋਰਮਲ ਮੇਲ ਤੇ ਫੀਮੇਲ ਨਹੀਂ ਕਵਾਂਗੇ। ਸੋ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਇਹ ਚੀਜ਼ ਦੇਖੀਏ ਤਾਂ ਇਹਨੂੰ ਜੈਨਿਕ ਬੈਲੈਂਸ ਥਿਊਰੀ ਆਫ ਸੈਕਸ ਡਿਟਰਮੀਨੇਸ਼ਨ ਕਹਿੰਦੇ ਆ, ਹੈ ਨਾ। ਆਟੋਸੋਮਸ ਤੇ X ਦੀ ਰੇਸ਼ੋ ਤੋਂ ਸਾਨੂੰ ਪਤਾ ਲੱਗਾ, ਤੇ ਇਹਨੂੰ ਕੀ ਕਹਿੰਦੇ ਆ, ਜੈਨਿਕ ਬੈਲੈਂਸ ਥਿਊਰੀ ਆਫ ਸੈਕਸ ਡਿਟਰਮੀਨੇਸ਼ਨ। ਓਕੇ, ਬਾਕੀ ਮੈਂ ਤੁਹਾਨੂੰ ਬਾਕੀ ਜਿਹੜੀਆਂ ਸੈਕਸ ਕ੍ਰੋਮੋਸੋਮਸ ਦੀ ਕ੍ਰੋਸਿਸ ਹੈ ਉਹ ਮੈਂ ਤੁਹਾਨੂੰ ਦਿਖਾ ਦਿੱਤੀ। ਇੱਕ ਮੈਂ 5th ਜਿਹੜਾ, ਹਾਂ ਨਾ, ਟਾਈਮ ਆਫ ਸੈਕਸ ਡਿਟਰਮੀਨੇਸ਼ਨ ਵੀ ਹੈ ਨਾ, ਵੀ ਕਦੋਂ ਡਿਟਰਮਿਨ ਹੋ ਜਿਸ ਤਰ੍ਹਾਂ ਅੱਗੇ ਜਾ ਕੇ ਮੈਂ ਤੁਹਾਨੂੰ ਪੜ੍ਹਾਉਣਾ ਹੈ ਕਿ ਕੁਛ ਇੰਡੀਵਿਜੂਅਲਸ ਦੇ ਵਿੱਚ ਜਿਹੜਾ ਹੈ ਬਾਅਦ ਦੇ ਵਿੱਚ ਮਤਲਬ ਸੈਕਸ ਜਿਹੜਾ ਹੈਗਾ ਵੀ ਕੀ ਹੋਏਗਾ ਬੱਚੇ ਦਾ, ਉਹ ਡਿਟਰਮਿਨ ਹੁੰਦਾ, ਕੁਛ 'ਚ ਪਹਿਲਾਂ ਹੋ ਜਾਂਦਾ। ਪਰ ਸਪਰਮ 2 ਤਰ੍ਹਾਂ ਦੇ ਹੈ ਐਨੀਮਲਸ ਦੇ ਵਿੱਚ, ਪਤਾ ਤੁਹਾਨੂੰ, ਹੈ ਨਾ, ਠੀਕ ਹੈ। ਸੋ ਟਾਈਮ ਆਫ ਫਰਟੀਲਾਈਜੇਸ਼ਨ, ਜਦੋਂ ਫਰਟੀਲਾਈਜੇਸ਼ਨ ਹੁੰਦੀ ਹੈ ਨਾ, ਐਕਚੁਅਲੀ ਵੈਸੇ ਉਦੋਂ ਹੀ ਸੈਟਿੰਗ ਹੋ ਜਾਂਦੀ, ਖਾਸ ਤੌਰ 'ਤੇ ਹਿਊਮਨ ਬੀਇੰਗ 'ਚ ਵੀ, ਕਿਉਂਕਿ ਐਗ ਤਾਂ 2 ਤਰ੍ਹਾਂ ਦੇ ਆ, ਉਹਨਾਂ ਦੇ ਅੰਦਰ ਤਾਂ ਸੇਮ ਕ੍ਰੋਮੋਸੋਮਸ ਹੈ, ਪਰ ਕਿਸ ਕਿਸਮ ਦਾ ਸਪਰਮ ਜਿਹੜਾ ਹੈਗਾ, ਠੀਕ ਹੈ, ਉਹ ਐਗ ਦੇ ਨਾਲ ਫਿਊਜ਼ ਕੀਤਾ ਹੈ, X ਕ੍ਰੋਮੋਸੋਮ ਵਾਲਾ ਕਿ Y ਕ੍ਰੋਮੋਸੋਮ ਵਾਲਾ, ਠੀਕ ਹੈ। ਤਾਂ ਇਹ ਤਾਂ ਫਿਰ ਫਰਟੀਲਾਈਜੇਸ਼ਨ ਦੇ ਦੌਰਾਨ ਹੀ ਹੁੰਦਾ ਨਾ, ਇਸ ਕਰਕੇ ਹਿਊਮਨ ਬੀਇੰਗਸ ਦੇ ਵਿੱਚ ਜਾਂ ਮੋਸਟ ਆਫ ਦਾ ਐਨੀਮਲਸ ਦੇ ਵਿੱਚ, ਠੀਕ ਹੈ, ਫਰਟੀਲਾਈਜੇਸ਼ਨ ਦੇ ਦੌਰਾਨ ਹੀ ਫਿਕਸ ਹੋ ਜਾਂਦਾ, ਉਹਦੇ ਤੋਂ ਬਾਅਦ ਚੇਂਜਸ ਨਹੀਂ ਆਉਂਦੀਆਂ ਕਿ ਵੀ ਬੱਚੇ ਦਾ ਸੈਕਸ ਕੀ ਹੋਏਗਾ। ਨਾਓ ਹੈਪਲੋਇਡ ਡਿਪਲੋਇਡ ਮੈਕੈਨਿਜ਼ਮ ਜਿਹੜਾ ਹੈਗਾ ਸੈਕਸ ਡਿਟਰਮੀਨੇਸ਼ਨ ਦਾ, ਜਿਹਨੂੰ ਕਿ ਅਸੀਂ ਹੈਪਲੋਡਿਪਲੋਇਡੀ ਵੀ ਕਹਿੰਦੇ ਹੈਗੇ ਆ, ਠੀਕ ਹੈ। ਸੋ ਇਹਦੇ ਵਿੱਚ ਬੱਚੇ ਕੀ ਤੁਹਾਨੂੰ ਸਮਝ ਆਏਗੀ। ਬਾਕੀ ਤਾਂ ਤੁਹਾਨੂੰ 4 ਤਰ੍ਹਾਂ ਦੇ ਸੈਕਸ ਕ੍ਰੋਮੋਸੋਮ ਦੱਸ ਦਿੱਤੇ। ਇਹ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਕਿ ਇਹਦੇ 'ਚ ਹੈਪਲੋਇਡ ਸ਼ਬਦ ਵੀ ਆਇਆ, ਡਿਪਲੋਇਡ ਸ਼ਬਦ ਵੀ ਆਇਆ, ਹੈ ਨਾ। ਹੁਣ ਹਨੀ ਬੀਜ਼ ਜਿਹੜੀਆਂ ਹੈਗੀਆਂ ਨੇ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਇੱਕ ਅਲੱਗ ਹੀ ਕੇਸ ਹੈ। ਇਹ ਅੱਗੇ ਜਾ ਕੇ ਵੀ ਜਦੋਂ ਅਸੀਂ ਇਕੋਲੋਜੀ ਪੜ੍ਹਨੀ ਹੈ ਨਾ, ਉਹਦੇ ਵਿੱਚ ਅਸੀਂ ਹਨੀ ਬੀਜ਼ ਦੇ ਬਾਰੇ 'ਚ ਪੜ੍ਹਨਾ ਜ਼ਿਆਦਾ ਡਿਟੇਲ 'ਚ, ਕਿਉਂਕਿ ਇਹ ਬਿਲਕੁਲ ਹੀ ਡਿਫਰੈਂਟ ਐਨੀਮਲਸ ਹੈਗੇ ਆ ਹਨੀ ਬੀਜ਼ ਜਿਹੜੀਆਂ ਹੈਗੀਆਂ ਨੇ, ਹੈ ਨਾ। ਸੋ ਮੇਲ ਹਨੀ ਬੀ ਬੱਚੇ ਤੁਹਾਨੂੰ ਪਤਾ ਹੀ ਹੈ ਕਿ ਉਹ ਹੈਪਲੋਇਡ ਹੁੰਦੀ ਹੈ, ਕਿਉਂਕਿ ਮੇਲ ਹਨੀ ਬੀ ਡਰੋਨ ਜਿਹੜਾ ਹੁੰਦਾ ਉਹ ਅਨਫਰਟੀਲਾਈਜ਼ਡ ਐਗ ਤੋਂ ਪੈਦਾ ਹੁੰਦਾ। ਇਸ ਕਰਕੇ ਬੱਚੇ ਉਹਦੇ 'ਚ ਤਾਂ ਕ੍ਰੋਮੋਸੋਮ ਡਬਲ ਹੋਣਗੇ, ਉਹਦੇ 'ਚ 16 ਕ੍ਰੋਮੋਸੋਮਸ ਹੀ ਹੋਣਗੇ, ਜਦ ਕਿ ਜਿਹੜੀ ਫੀਮੇਲ ਹਨੀ ਬੀ ਹੈਗੀ ਹੈ ਨਾ, ਉਹਦੇ ਕੋਲ 32 ਕ੍ਰੋਮੋਸੋਮਸ ਹੋਣਗੇ ਜਦੋਂ ਉਹਦੀ ਮਿਓਸਿਸ ਹੋਈ, ਹੈ ਨਾ। ਤਾਂ ਕ੍ਰੋਮੋਸੋਮਸ ਜਿਹੜੇ ਹੈਗੇ ਐਗਸ ਦੇ ਵਿੱਚ ਕਿੰਨੇ ਚਲੇ ਜਾਏ, ਨੈਚੁਰਲੀ ਹਾਫ ਚਲੇ ਜਾਣੇ ਨਾ, 16। ਮੇਲ ਦੇ ਕੋਲ ਅੱਗੇ ਸਪਰਮ ਦੇ ਵਿੱਚ ਕਿੰਨੇ ਕ੍ਰੋਮੋਸੋਮਸ ਸੀਗੇ, 16। ਜਦੋਂ ਫਰਟੀਲਾਈਜੇਸ਼ਨ ਹੋਈ, ਠੀਕ ਹੈ, ਤਾਂ 32 ਆ ਗਏ ਬੱਚਿਆਂ 'ਚ। ਸਮਝਦੇ ਪਏ ਹੋ। ਜਦੋਂ ਇੱਕ ਮੇਲ ਸਪਰਮ ਤੇ ਫੀਮੇਲ ਦਾ ਐਗ ਆਪਸ 'ਚ ਫਿਊਜ਼ ਕੀਤੇ, ਠੀਕ ਹੈ ਨਾ, ਤਾਂ ਜਿਹੜਾ ਆਫਸਪਰਿੰਗ ਹੋਏਗਾ ਉਹਦੇ 'ਚ 32 ਕ੍ਰੋਮੋਸੋਮ ਆ ਗਏ। ਤਾਂ ਬੱਚੇ ਕ੍ਰੋਮੋਸੋਮ ਤੋਂ ਪਤਾ ਲੱਗ ਰਿਹਾ ਹੈ, ਠੀਕ ਹੈ, ਕਿ ਇਸ ਬੱਚੇ ਦਾ ਸੈਕਸ ਕੀ ਹੋਏਗਾ, ਕਿਉਂਕਿ ਸਾਨੂੰ ਕੀ ਪਤਾ, ਸਾਨੂੰ ਪਤਾ ਕਿ ਹਨੀ ਬੀਜ਼ ਦੇ ਵਿੱਚ ਫੀਮੇਲ ਡਿਪਲੋਇਡ ਹੁੰਦੀਆਂ, ਮੇਲ ਤਾਂ ਡਿਪਲੋਇਡ ਹੁੰਦੇ ਹੀ ਨਹੀਂ, ਮੇਲ ਤਾਂ ਹੈਪਲੋਇਡ ਹੁੰਦੇ ਆ, ਠੀਕ ਹੈ। ਸੋ ਇਸ ਕਰਕੇ ਇਹ ਵਾਲਾ ਜਿਹੜਾ ਬੱਚਾ ਹੈ 32 ਕ੍ਰੋਮੋਸੋਮਸ ਵਾਲਾ ਹਨੀ ਬੀ ਦੇ ਵਿੱਚ, ਇਹ ਫੀਮੇਲ ਹੋਏਗਾ, ਹੈ ਨਾ। ਜਦ ਕਿ ਇਸ ਪਾਸੇ ਤੋਂ ਜਿਹੜਾ ਇਹ ਐਗ ਸੀਗਾ ਇਹ ਪਾਰਥੀਨੋਜੈਨਸਿਸ ਦੇ ਨਾਲ ਡਿਵੈਲਪ ਕਰ ਗਿਆ, ਬਿਨਾਂ ਫਰਟੀਲਾਈਜੇਸ਼ਨ ਤੋਂ ਡਿਵੈਲਪ ਕਰ ਗਿਆ। ਇਸ ਕਰਕੇ ਇਸ ਬੱਚੇ ਦੇ ਵਿੱਚ 16 ਕ੍ਰੋਮੋਸੋਮਸ ਹੀ ਆਉਣਗੇ, ਡਬਲਿੰਗ ਹੋਈ ਨਹੀਂ। ਇਸ ਕਰਕੇ ਇਹ ਮੇਲ ਹਨੀ ਬੀ ਹੋਏਗਾ, ਕਿਉਂਕਿ ਸਾਨੂੰ ਪਤਾ ਕਿ ਹਨੀ ਬੀਜ਼ ਦੇ ਵਿੱਚ ਮੇਲ ਹੈਪਲੋਇਡ ਹੁੰਦਾ, ਉਹਦੇ ਕੋਲ 16 ਕ੍ਰੋਮੋਸੋਮਸ ਹੀ ਹੁੰਦੇ ਆ। ਸੋ ਬੱਚੇ ਇਹ ਵੀ ਇੱਕ ਮੈਕੈਨਿਜ਼ਮ ਹੈ ਸੈਕਸ ਡਿਟਰਮੀਨੇਸ਼ਨ ਦਾ। ਨਾਓ ਇਨਵਾਇਰਮੈਂਟਲ ਡਿਟਰਮੀਨੇਸ਼ਨ ਆਫ ਸੈਕਸ ਆ ਗਈ ਤੁਹਾਡੇ ਕੋਲ, ਮੈਂ ਟੇਬਲ ਦੇ ਵਿੱਚ ਤੁਹਾਨੂੰ ਦਿਖਾਇਆ ਸੀ। ਇਨਵਾਇਰਮੈਂਟ ਕਿਸ ਤਰੀਕੇ ਦੇ ਨਾਲ ਸੈਕਸ ਡਿਟਰਮਿਨ ਕਰਦਾ, ਹੈ ਨਾ। ਇੱਕ ਮੈਰੀਨ ਵੋਮ ਹੈ, ਠੀਕ ਹੈ, ਸੋ ਬੋਨੀਲੀਆ, ਹੈ ਨਾ, ਠੀਕ ਹੈ। ਸੋ ਜਦੋਂ ਉਹ ਸਵਿਮਿੰਗ ਕਰ ਰਿਹਾ ਤਾਂ ਉਹਦਾ ਜਿਹੜਾ ਲਾਰਵਾ ਪ੍ਰੋਡਿਊਸ ਹੋਇਆ ਹੈ ਨਾ, ਕਿਉਂਕਿ ਇੱਕ ਵਾਰਮ ਹੈ, ਲਾਰਵਲ ਸਟੇਜ ਹੁੰਦੀ ਹੈ, ਉਹਦਾ ਕੋਈ ਵੀ ਸੈਕਸ ਨਹੀਂ ਹੁੰਦਾ ਉਦੋਂ, ਠੀਕ ਹੈ ਨਾ, ਜਦੋਂ ਸਵਿਮਿੰਗ ਕਰਦਾ ਪਿਆ। ਪਰ ਕੀ ਹੈ ਕਿ ਜਦੋਂ ਉਹ ਆਪਣਾ ਨੀਚੇ ਕਿਤੇ ਜਾ ਕੇ ਪਾਣੀ 'ਚ ਸੈੱਟ ਹੋ ਜਾਂਦਾ, ਹੈ ਨਾ, ਆਪਣੇ ਆਪ ਨੂੰ ਕਿਤੇ ਜੋੜ ਲੈਂਦਾ, ਤਾਂ ਉਹ ਲਾਰਜ ਫੀਮੇਲ 'ਚ ਡਿਵੈਲਪ ਕਰ ਜਾਂਦਾ, ਹੈ ਨਾ। ਅੱਛਾ, ਠੀਕ ਹੈ।
ਫਿਰ ਕਹਿੰਦਾ ਇਫ ਇਟ ਲੈਂਡਸ ਔਨ ਔਰ ਨੀਅਰ ਐਨ ਐਗਜ਼ਿਸਟਿੰਗ ਫੀਮੇਲ a chemical from her causes the larva to develop into a tiny male। ਅੱਛਾ, ਪਰ ਜੇਕਰ ਉਹੀ ਲਾਰਵਾ ਕਿਸੇ ਫੀਮੇਲ ਦੇ ਕੋਲ ਹੈ ਨਾ, ਇਸੇ ਐਨੀਮਲ ਦੀ ਜਿਹੜੀ ਫੀਮੇਲ ਹੈਗੀ ਹੈ ਉਹਦੇ ਕੋਲ ਜਦੋਂ ਕਿਤੇ ਕੋਲ ਜਾ ਕੇ ਬੈਠ ਜਾਏ ਤਾਂ ਉਹ ਫੀਮੇਲ ਕੀ ਕਰਦੀ ਹੈ, ਇੱਕ ਕੈਮੀਕਲ ਸਕਰੀਟ ਕਰਦੀ ਹੈ। ਦੇਖੋ ਫੀਮੇਲ ਨੇ ਕੈਮੀਕਲ ਸਕਰੀਟ ਕੀਤਾ ਤੇ ਉਹ ਲਾਰਵਾ ਕੀ ਬਣ ਜਾਏਗਾ, ਮੇਲ ਬਣ ਜਾਏਗਾ, ਹੈ ਨਾ। ਤਾਂ ਕਈ ਵਾਰੀ ਕੀ ਹੈ, ਇਹ ਮੇਲ ਜਿਹੜਾ ਹੈਗਾ ਪੈਰਾਸਾਈਟ ਦੀ ਤਰ੍ਹਾਂ ਰਹਿੰਦਾ ਫੀਮੇਲ ਦੇ ਯੂਟਰਸ ਦੇ ਅੰਦਰ। ਇਸੇ ਤਰੀਕੇ ਨਾਲ ਅਮਰੀਕਨ ਐਲੀਗੇਟਰਸ ਹੈਗੇ ਆ, ਟਰਟਲਸ ਹੈਗੇ ਆ, ਰੈਪਟਾਈਲਸ ਹੈਗੇ ਆ, ਉਹਨਾਂ ਦਾ ਸੈਕਸ ਜਿਹੜਾ ਹੈਗਾ ਟੈਂਪਰੇਚਰ ਡਿਟਰਮਿਨ ਕਰਦਾ। ਦੇਖੋ ਤਾਂ ਬੱਚੇ ਹੈ ਨਾ, ਫਿਰ ਇਨਵਾਇਰਮੈਂਟਲ ਫੈਕਟਰਸ, ਇਨਵਾਇਰਮੈਂਟ ਨੇ ਡਿਟਰਮਿਨ ਕੀਤਾ ਵਾ ਸੈਕਸ। ਹੁਣ ਜਿਸ ਤਰ੍ਹਾਂ ਠੀਕ ਹੈ ਵੀ, ਜੇਕਰ ਇਹ ਜਿਹੜੇ ਐਲੀਗੇਟਰਸ ਹੈਗੇ ਆ, ਟਰਟਲਸ ਹੈਗੇ ਆ, ਸੋ ਇਹਨਾਂ ਦੇ ਐਗ ਨੂੰ ਜਿਹੜਾ ਹੈਗਾ 28 ਡਿਗਰੀ ਸੈਲਸੀਅਸ ਤੋਂ ਘੱਟ ਟੈਂਪਰੇਚਰ ਮਿਲ ਰਿਹਾ ਤਾਂ ਐਗ ਤੋਂ ਮੇਲ ਬਣਨਗੇ। ਸਮਝਦੇ ਪਏ ਹੋ? ਅੱਛਾ ਠੀਕ ਹੈ, 33 ਡਿਗਰੀ ਸੈਲਸੀਅਸ ਜਿਹੜਾ ਹੈਗਾ ਉਹਦੇ ਤੋਂ ਜ਼ਿਆਦਾ ਜੇਕਰ ਟੈਂਪਰੇਚਰ ਮਿਲਿਆ ਤਾਂ ਠੀਕ ਹੈ ਫੀਮੇਲਸ ਪੈਦਾ ਹੋਣਗੀਆਂ। ਜੇਕਰ 28 ਤੋਂ 33 ਦੇ ਵਿਚਕਾਰ ਜੇਕਰ ਟੈਂਪਰੇਚਰ ਮਿਲ ਗਿਆ ਐਗ ਨੂੰ ਤਾਂ ਫਿਰ ਮੇਲ ਤੇ ਫੀਮੇਲ ਇਕੁਅਲ ਪ੍ਰਪੋਰਸ਼ਨ 'ਚ ਪੈਦਾ ਹੋਣਗੇ। ਦੇਖੋ ਕੀ ਨੇਚਰ ਹੈ ਨਾ। ਤੇ ਲਾਸਟ ਤੁਹਾਡੇ ਕੋਲ ਆ ਗਿਆ ਸੀ ਨੋਨ ਕ੍ਰੋਮੋਸੋਮਲ ਜੀਨਸ। ਤੇ ਇਹ ਕਿੰਨਾ 'ਚ ਹੁੰਦਾ ਬੱਚੇ, ਜ਼ਿਆਦਾ ਕਰਕੇ ਬੈਕਟੀਰੀਆ ਵਗੈਰਾ ਦੇ ਵਿੱਚ ਹੈ ਨਾ, ਜਿਨ੍ਹਾਂ 'ਚ ਫਰਟੀਲਿਟੀ ਜੀਨਸ ਜਾਂ ਫਿਰ ਅਸੀਂ ਕਹਿੰਦੇ ਆ ਕਿ ਫੈਕਟਰਸ, ਯਾਦ ਹੈ ਨਾ ਤੁਹਾਨੂੰ। ਸੋ +1 ਦੇ ਵਿੱਚ ਵੀ ਪੜ੍ਹਾਇਆ ਹੋਇਆ ਬੈਕਟੀਰੀਆ। ਸੋ ਜੀਨਸ ਜਾਂ ਫੈਕਟਰਸ ਪ੍ਰੈਜ਼ੈਂਟ ਹੁੰਦੇ ਆ ਹੈ ਨਾ, ਉਹ ਸੈਕਸ ਡਿਟਰਮਿਨ ਕਰਦੇ ਆ। ਸੋ ਇਸ ਕਰਕੇ ਇਹਨਾਂ ਨੂੰ ਕਹਿ ਦਿੰਦੇ ਆ ਨੋਨ ਐਲੋਸੋਮਿਕ ਜੀਨਿਕ ਡਿਟਰਮੀਨੇਸ਼ਨ ਆਫ ਸੈਕਸ। ਇੱਥੇ ਤੱਕ ਤੁਸੀਂ ਸੁਣਨਾ ਠੀਕ ਹੈ। ਸੋ ਫਿਰ ਔਨਲਾਈਨ ਕਲਾਸ ਦੇ ਵਿੱਚ ਇਹ ਦੋਨੋਂ ਵੀਡੀਓਜ਼ ਤੁਸੀਂ ਧਿਆਨ ਨਾਲ ਸੁਣ ਕੇ ਰੱਖਣੀਆਂ ਨੇ ਇੱਥੇ ਤੱਕ, ਠੀਕ ਹੈ। ਸੋ ਟਿਊਜ਼ਡੇ ਸੁਣੀਆਂ ਹੋਣੀਆਂ ਚਾਹੀਦੀਆਂ। ਔਨਲਾਈਨ ਕਲਾਸ 'ਚ ਮੈਂ ਤੁਹਾਡੇ ਕੋਲੋਂ ਪੁੱਛਣਾ ਤੁਹਾਨੂੰ ਕੀ ਸਮਝ ਆਇਆ, ਤੇ ਫਿਰ ਅਸੀਂ ਡਿਸਕਸ ਕਰਾਂਗੇ ਵੇਰੀਏਸ਼ਨ। ਸਾਰੇ ਬੱਚੇ ਹੀ ਔਨਲਾਈਨ ਕਲਾਸ ਜ਼ਰੂਰ ਲਗਾਉਣ, ਉਹਦੇ 'ਚ ਮੈਂ ਟੌਪਿਕ ਨੂੰ ਪੜ੍ਹਾਉਣਾ ਹੈ, ਠੀਕ ਹੈ ਜੀ। ਸੋ ਇੱਥੇ ਤੱਕ ਸੁਣ